ਪੰਜਾਬ ਦੇ ਵਿੱਚ ਸਰ ਨੇ ਆਪਣੇ ਕਲਾ ਦੇ ਜ਼ੋਹਰ ਦਿਖਾਏ ਨੇ। ਪੰਜਾਬ ਤੋਂ ਇਲਾਵਾ ਜੈਪੁਰ, ਆਸਟ੍ਰੇਲੀਆ ਸਾਰੇ ਪਾਸੇ ਸਰ ਨੇ ਕੰਮ ਕੀਤਾ ਹੈ ਤੇ ਉਹਦੀ ਇੱਕ ਜਿਹੜੀ ਮਿਸਾਲ ਹੈ ਪੰਜਾਬ ਦੇ ਵਿੱਚ, ਜਲੰਧਰ ਦੇ ਵਿੱਚ, ਹਵੇਲੀ ਦੇ ਵਿੱਚ ਵੀ ਸਰ ਨੇ ਬਹੁਤ ਕੰਮ ਕੀਤਾ, ਜੈਪੁਰ ਦੇ ਵਿੱਚ ਵੀ ਕੀਤਾ। ਬੇਸਿਕ ਕਨਸੈਪਟ ਮੇਰਾ ਸੀਗਾ ਹਵੇਲੀ ਦਾ, ਸਾਡੇ ਬਹੁਤ ਡਿਸਕਸ ਹੁੰਦਾ ਸੀਗਾ ਹਮੇਸ਼ਾ ਸੀ ਅਸੀਂ ਪਿੰਡ ਵਸਾਣਾ ਜੀ। ਉਹ ਰਿਕੁਆਇਰਮੈਂਟ ਹੈ ਬੱਚਿਆਂ ਦੀ, ਬਿਕੋਜ਼ ਅਸੀਂ ਹਮੇਸ਼ਾ ਢੋਲ 'ਤੇ ਭੰਗੜਾ ਪਾਇਆ। ਮੈਂ ਕਦੀ ਰਿਕਾਰਡ ਜੇ ਕੋਈ ਮੈਨੂੰ ਕਹਿੰਦਾ ਵੀ ਰਿਕਾਰਡ 'ਤੇ ਕਰ ਲੈ ਤਾਂ ਗੀਤ ਗਾ, ਮੈਨੂੰ ਨਹੀਂ ਆਉਂਦਾ ਤਾਂ ਨਾ ਮੈਂ ਕਰਨਾ ਚਾਹਾਂਗਾ। ਬਿਕੋਜ਼ ਇੱਕ ਆਪਣੇ ਆਪ ਨੂੰ ਤੁਸੀਂ ਨਾ ਸੈਕਿੰਡ ਲੇਨ 'ਤੇ ਲੈ ਕੇ ਖੜਾ ਕਰ ਲੈਂਦੇ ਹੋ ਕਿ ਸਿੰਗਰ ਗਾ ਰਿਹਾ ਜੀ, ਤੁਸੀਂ ਸੈਕਿੰਡ ਲੇਨ 'ਤੇ ਨੱਚ ਰਹੇ ਹੋ, ਉਹ ਸ਼ਾਇਦ ਬਰਦਾਸ਼ਤ ਨਹੀਂ ਹੋਏਗਾ। ਅਤੇ ਹੁਣ ਜਿਸ ਤਰ੍ਹਾਂ ਵੱਡੇ ਬ੍ਰਦਰ ਮੇਰੇ, ਉਹਨਾਂ ਨੇ ਮੇਰੀ ਫੰਡਿੰਗ ਮੇਰੇ ਕਾਲਜ ਦੀ 5 ਸਾਲ ਉਹਨਾਂ ਨੇ ਕੀਤੀ ਵਿਦ ਕੰਡੀਸ਼ਨ ਫੇਲ ਨਹੀਂ ਹੋਏਗਾ, ਕੋਈ ਪੁੱਠਾ ਸਿੱਧਾ ਸ਼ੈਤਾਨੀ ਨਹੀਂ ਕਰੇਗਾ, ਕੋਈ ਲੁਚਪਣਾ ਕਰਕੇ ਪੁਲਿਸ ਕੇਸ ਨਹੀਂ ਬਣੇਗਾ। ਜਿਸ ਦਿਨ ਇਹਨਾਂ ਸਾਰਿਆਂ ਦੇ 'ਚ ਕੋਈ ਗੱਲ ਹੋਈ ਅਸੀਂ ਵਿਡਰਾ ਕਰ ਜਾਣਾ। ਐਂਡ ਮੈਂ ਫਖਰ ਮਹਿਸੂਸ ਕਰਦਾ ਕਿ 5 ਸਾਲ ਜਿਹੜੇ ਜਿੰਨਾ ਚਿਰ ਕਾਲਜ ਸੀਗਾ ਮੈਂ ਕਦੀ ਬੰਕ ਨਹੀਂ ਸੀ ਕੀਤਾ। ਅੱਜ ਚੰਨੀ ਜੋ ਹੈ ਨਾ, ਹਾਂਜੀ, ਉਹ ਦੂਰਦਰਸ਼ਨ ਦੀ ਬਹੁਤ ਮਿਹਰਬਾਨੀ ਹੈ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਨੈਸ਼ਨਲ ਟੀਵੀ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਹਰ ਵਾਰ ਦੀ ਤਰ੍ਹਾਂ ਮੈਂ ਪੂਜਾ ਸੰਧੂ ਤੇ ਮੇਰੇ ਨਾਲ ਦਵਿੰਦਰ ਮਨ ਜੀ ਤੁਹਾਡਾ ਸਵਾਗਤ ਕਰਨ ਲਈ ਫਿਰ ਤੋਂ ਇੱਕ ਵਾਰ ਪਹੁੰਚ ਚੁੱਕੇ ਹਾਂ ਗੱਲ ਪੰਜਾਬ ਦੀ ਸ਼ੋਅ ਦੇ ਵਿੱਚ ਜੀ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਕੋਈ ਨਵਾਂ ਚਿਹਰਾ ਜ਼ਰੂਰ ਤੁਹਾਡੇ ਨਾਲ ਰੂਬਰੂ ਕਰਵਾਵਾਂਗੇ। ਪਹਿਲਾਂ ਹਾਲ ਚਾਲ ਪੁੱਛ ਲਈਏ, ਦਵਿੰਦਰ ਜੀ ਕਿਵੇਂ ਹੋ? ਬਹੁਤ ਵਧੀਆ, ਚੜ੍ਹਦੀ ਕਲਾ, ਠੀਕ ਠਾਕ। ਮੈਂ ਹੈਰਾਨ ਹੋ ਗਿਆ, ਮਤਲਬ ਮੇਰਾ ਹਾਲ ਚਾਲ ਹੈ? ਕਿਉਂ, ਮੈਂ ਅੱਗੇ ਨਹੀਂ ਪੁੱਛਦੀ। ਚਲੋ ਚੰਗੀ ਗੱਲ ਆ। ਤੁਹਾਨੂੰ ਪਤਾ ਅੱਜ ਸਾਡੇ ਸਟੂਡੀਓ ਵਿੱਚ ਬਹੁਤ ਹੀ ਖਾਸ ਮਹਿਮਾਨ ਆਏ ਨੇ। ਅੱਛਾ, ਕਿੰਨੇ ਕੁ ਖਾਸ? ਉਹ ਕਲਾ ਦੇ ਖੇਤਰ ਨਾਲ ਵੀ ਸੰਬੰਧ ਰੱਖਦੇ ਨੇ, ਉਹ ਭੰਗੜੇ ਨਾਲ ਵੀ ਸੰਬੰਧ ਰੱਖਦੇ ਨੇ। ਅੱਛਾ, ਤੇ ਇਸ ਤੋਂ ਇਲਾਵਾ ਉਹ ਸਪੋਰਟਸਮੈਨ ਵੀ ਰਹੇ ਨੇ। ਕੀ ਬਾਤ ਹੈ। ਨਾਮ ਪਤਾ ਉਹਨਾਂ ਦਾ? ਤੁਸੀਂ ਦੱਸ ਦਿਓ, ਇੰਨਾ ਕੁਝ ਤੁਸੀਂ ਦੱਸ ਹੀ ਰਹੇ ਹੋ। ਉਹਨਾਂ ਦਾ ਨਾਮ ਹੈ ਗੁਰਚਰਨ ਸਿੰਘ ਤਕੁਲੀਆ, ਪਰ ਦੁਨੀਆ ਉਹਨਾਂ ਨੂੰ ਚੰਨੀ ਤਕੁਲੀਆ ਦੇ ਨਾਮ ਨਾਲ ਜਾਣਦੀ ਹੈ। ਤੇ ਸਵਾਗਤ ਕਰੀਏ ਫਿਰ। ਜੀ ਬਿਲਕੁਲ ਸਰ, ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਗੱਲ ਪੰਜਾਬ ਦੇ ਵਿੱਚ। ਸੋ ਨਾਈਸ ਸਰ, ਥੈਂਕ ਯੂ ਵੈਰੀ ਮਚ। ਸਰ ਕੀ ਹਾਲ ਚਾਲ? ਫਾਈਨ। ਬਸ એનર્ਜੀ ਤੋਂ ਪਤਾ ਲੱਗ ਗਿਆ। ਮੈਂ ਪਹਿਲਾਂ ਗੱਲ ਕੀਤੀ ਕਿ ਭੰਗੜੇ ਨਾਲ ਸੰਬੰਧ ਰੱਖਦੇ, ਤੁਸੀਂ ਆਪ ਹਿਸਾਬ ਲਾ ਲਓ ਨਾ। ਇਹ ਸਭ ਤੋਂ ਪਹਿਲਾਂ ਤਾਂ ਗੱਲ ਇਹੀ ਕਰਦੇ ਆ ਕਿ ਜਿੱਦਾਂ ਇਹਨਾਂ ਨੇ ਕਿਹਾ ਕਿ ਗੁਰਚਰਨ ਸਿੰਘ ਤੇ ਨਾਮ ਨਾਲ ਜਾਣਿਆ ਜਾ ਰਿਹਾ ਹੈ ਚੰਨੀ ਟਕੁਲੀਆ ਜੀ, ਸੋ ਇਹ ਨਾਮ ਦਾ ਜਿਹੜਾ ਫਰਕ ਹੈ ਇਹ ਕਿਵੇਂ ਹੋਇਆ? ਕਿਉਂਕਿ ਜਿਹੜਾ ਅਸਲ ਨਾਮ ਸੀ ਤੁਹਾਡਾ ਗੁਰਚਰਨ ਸਿੰਘ ਸੀ ਤੇ ਹੁਣ ਚੰਨੀ ਟਕੁਲੀਆ। ਇੰਟਰਸਟਿੰਗ ਜੀ। ਮੈਨੂੰ ਛੋਟੇ ਹੁੰਦੇ ਕੋਕੀ ਕਹਿੰਦੇ ਸੀ। ਅੱਛਾ, ਇਹ ਵੀ ਨਾਮ ਸੀ ਇੱਕ। 3-4-5 ਸਾਲ ਦੀ ਉਮਰ ਤੱਕ ਕੋਕੀ। ਜਦੋਂ ਮੈਂ ਜੂਨੀਅਰ ਸਕੂਲ 'ਚ ਦਾਖਲ ਹੋਇਆ ਨਾ, ਦਿੱਲੀ ਸੀਗੇ, ਤੇ ਕਿਸੇ ਬੱਚੇ ਨੇ ਮੈਨੂੰ ਕੁੱਕਰ ਕਹਿ ਤਾ। ਕੋਕੀ ਤੋਂ ਕੁੱਕਰ ਬਣ ਗਿਆ ਸਲੈਂਗ ਜੀ ਨਾ ਜੀ। ਤੇ ਆਈ ਵਾਜ਼ ਅਨੋਇਡ। ਮੈਂ ਘਰ ਆ ਕੇ ਜੀ ਮੈਨੂੰ ਮੇਰਾ ਨਾਮ ਬਦਲੋ, ਮੈਨੂੰ ਨਹੀਂ ਪਤਾ, ਮੈਂ ਨਹੀਂ ਜਾਣਾ ਨੀਤਾ ਸਕੂਲ, ਮੈਨੂੰ ਹੁਣ ਕੁੱਕੜ ਕਹਿਣਗੇ ਸਾਰੇ ਜਣੇ। ਫਿਰ ਵੱਡੇ ਬ੍ਰਦਰ ਮੇਰੇ, ਹੀ ਵਾਜ਼ ਅ ਫੋਟੋ ਜਰਨਲਿਸਟ ਇਨ ਜਰਮਨੀ ਲੇਟਰ ਔਨ, ਉਹ ਕਹਿੰਦੇ ਫਿਰ ਤੇਰਾ ਚੰਨੀ ਰੱਖਦੀ ਹੈ। ਫਿਰ ਅਸੀਂ ਦੋਨੋਂ ਬ੍ਰਦਰ ਡਿਸਾਈਡ ਕੀਤਾ ਕਿ ਚੰਨੀ ਇਜ਼ ਓਕੇ ਨੇਮ, ਸੋ ਇੱਦਾਂ ਫਿਰ ਮੈਂ ਚੰਨੀ ਬਣ ਕੇ ਗਿਆ। ਤੇ ਸਰ ਕਦੇ ਏਦਾਂ ਹੋਇਆ ਕਿ ਤੁਹਾਨੂੰ ਕਿਸੇ ਨੇ ਗੁਰਚਰਨ ਦੇ ਨਾਮ ਤੋਂ ਬੁਲਾਇਆ ਹੋਵੇ ਤੇ ਤੁਹਾਨੂੰ ਪਤਾ ਨਾ ਲੱਗਿਆ ਹੋਵੇ? ਜੇ ਹੁਣ ਵੀ ਕਿਹਾ ਨਾ ਦਵਿੰਦਰ ਹੁਣਾਂ ਨੇ ਗੁਰਚਰਨ ਸਿੰਘ, ਤਾਂ ਮੈਂ ਕਰੀ ਟੋਕਦਾ, ਮੈਂ ਕਿਹਾ ਨਹੀਂ ਭਾਈ ਮੇਰਾ ਨਾਂ ਚੰਨੀ ਹੈ। ਮਤਲਬ ਇੰਨੀ ਆਦਤ ਹੋ ਗਈ ਚੰਨੀ ਸੁਣਨ ਦੀ? ਉਹ ਯੈਸ, ਹਾਂ। ਮੈਂ ਕਿਤੇ ਸਾਈਨ ਵੀ ਕਰਦਾ ਹਾਂ ਨਾ, ਮੈਨੂੰ ਕਿਤੇ ਜਦੋਂ ਕਿਸੇ ਆਫੀਸ਼ੀਅਲ ਡਾਕੂਮੈਂਟ 'ਤੇ ਸਾਈਨ ਕਰਨੇ ਪੈਂਦੇ ਨੇ, ਤਾਂ ਮੈਨੂੰ ਸੋਚਣਾ ਪੈਂਦਾ ਵੀ ਮੈਂ ਜੀ ਤੋਂ ਸ਼ੁਰੂ ਕਰਾਂ, ਨਹੀਂ ਤਾਂ ਚੰਨੀ ਸ਼ੁਰੂ ਹੋ ਜਾਂਦਾ। ਇਹਨਾਂ ਕੁ ਰੱਜ ਚੁੱਕਾ ਹੈ ਮੇਰੇ ਜ਼ਹਿਨ। ਤੇ ਫਿਰ ਬੱਚਿਆਂ ਨੂੰ ਕਿੱਦਾਂ ਮਤਲਬ ਪਤਾ ਲੱਗਿਆ ਕਿ ਗੁਰਚਰਨ ਹੀ ਬੁਲਾਉਂਦੇ ਨੇ ਜਾਂ ਫਿਰ ਚੰਨੀ? ਮੇਰੀ ਗ੍ਰੈਂਡ ਡਾਟਰ ਮੈਨੂੰ ਚੰਨੀ ਦਾਦੂ ਕਹਿੰਦੀ ਹੈ। ਅੱਛਾ। ਇੱਕ ਮੈਂ ਤੁਹਾਨੂੰ ਦੱਸਾਂ, ਮੇਰੀ ਬੇਟੀ ਸ਼ੀ ਇਜ਼ ਮੈਰਿਡ ਨਾਓ, ਨਿਊਜ਼ੀਲੈਂਡ ਰਹਿੰਦੇ ਨੇ। ਉਹ ਛੋਟੇ ਸਕੂਲ 'ਚ ਪੜ੍ਹਦੀ ਸੀ ਅਤੇ ਉਹਦੇ ਟੀਚਰ ਨੂੰ ਪੁੱਛਿਆ ਵੀ ਕੀ ਵਾਟਸ ਯੂਰ ਫਾਦਰਸ ਨੇਮ? ਚੰਨੀ ਤਕੁਲੀਆ। कहते नहीं नाम क्या तुम्हारे पापा का? कहते मैम चन्नी तकुलिया। डांट पै रही थी तो प्रिंसीपल निकले कोलों, तो साढ़े फैमिली फ्रेंड जो है
ਉਹਨੇ ਦੇਖਿਆ ਵੀ ਅੱਜ रूबल ਨੂੰ डांट पै रही है तो पता तो लगे कि क्या बात है, इसने क्या किया। सुरुख मैडम अपने पापा का नाम नहीं पता इस बच्चे को, कहती बेटा क्या बताया, कहती चन्नी तक लिया। तो 2 मिनट से कहती हाँ मेरे को भी तो यही मालूम है। मतलब प्रिंसिपल ਨੂੰ ਵੀ ਇਹੀ ਪਤਾ हाँ ਸੀ। मेरे सारे सर्कल ਦੇ ਵਿੱਚ ਇਹੀ ਪਤਾ ਹੈ। ਮੈਂ ਇੱਕ ਹੋਰ ਇੰਸਟੈਂਸ ਦੱਸਾਂ ਕਿ ਮੇਰੇ ਬ੍ਰਦਰ ਨੇ, ਜਦੋਂ ਮੈਂ ਚੰਡੀਗੜ੍ਹ ਪੜ੍ਹਦਾ ਸੀ ਆਰਟ ਕਾਲਜ ਵਿੱਚ, ਤੇ ਲੁਧਿਆਣੇ ਸੀਗੇ ਬ੍ਰਦਰ, ਉਹ PL 480 ਇੱਕ ਅਮਰੀਕਨ ਏਡ ਹੁੰਦੀ ਸੀ ਗਵਰਨਮੈਂਟ ਆਫ ਇੰਡੀਆ ਨੂੰ, ਉਹਦੇ ਤਹਿਤ ਹੀ ਉਹ ਅਸਿਸਟੈਂਟ ਡਾਇਰੈਕਟਰ ਐਂਡ ਚੀਫ ਸੋਸ਼ਲ ਸਾਇੰਟਿਸਟ ਜੀ। ਉਹ ਪੈਸੇ ਭੇਜੇ ਸੀ ਮੈਨੂੰ ਮੰਥਲੀ ਜਿਹੜੇ ਸੀ, ਤਾਂ ਉਹਨੇ ਆਪਣੇ ਡਰਾਈਵਰ ਉਹਨਾਂ ਦਾ ਕੁਛ ਸਟਾਫ ਜਾ ਰਹੇ ਸੀ ਕਿਸੇ ਕੰਮ ਲਈ ਚੰਡੀਗੜ੍ਹ, ਉਹ ਡਰਾਈਵਰ ਨੇ ਪੈਸੇ ਭੇਜੇ ਚੰਨੀ ਨੂੰ ਜਾ ਕੇ ਨਾ ਕਾਲਜ ਦੇ ਦੇ ਪੈਸੇ। ਗਿਆ ਉਹ ਪੁੱਛੇ ਜੀ ਗੁਰਚਰਨ ਸਿੰਘ 3rd ਈਅਰ ਸਟੂਡੈਂਟ ਗੁਰਚਰਨ ਸਿੰਘ, ਕਹਿੰਦਾ ਗੁਰਚਰਨ ਸਿੰਘ ਤਾਂ ਕੋਈ ਨਹੀਂ ਹੈ ਇੱਥੇ। ਨਹੀਂ ਜੀ ਇੱਥੇ ਹੈ ਸਾਡੇ, ਉਹਨੇ ਤਕਲੀਆ ਨਹੀਂ ਕਿਹਾ ਬਾਈ ਚਾਂਸ। ਅੱਛਾ। ਤੇ ਚੰਨੀ ਕਹਿੰਦਾ ਨਹੀਂ ਜੀ ਕੋਈ ਨਹੀਂ, ਘਰ ਜਾ ਕਹਿੰਦਾ ਜੀ ਉਹ ਤਾਂ ਚੰਨੀ ਤਾਂ ਉੱਥੇ ਪੜ੍ਹਦੀ ਨਹੀਂ ਹੈ। ਅੱਛਾ। ਤੇ ਸਭ ਪਰਿਵਾਰ ਕਹਿੰਦੇ ਇਹ ਕਿੱਦਾਂ ਉਸ ਨਹੀਂ ਪੜ੍ਹਦਾ, ਤਾਂ ਤੈਨੂੰ ਪਤਾ ਕਰ ਲੈ ਪੁੱਛਿਆ। ਤੇ ਐਂਡ ਬਾਈ ਚਾਂਸ ਭਾਈ ਸਾਹਿਬ ਨੂੰ ਨਾ ਦੂਸਰੇ ਦਿਨ ਖੁਦ ਚੰਡੀਗੜ੍ਹ ਜਾਣਾ ਪੈ ਗਿਆ। ਤੇ ਉਸੇ ਡਰਾਈਵਰ ਨੂੰ ਕਿਹਾ ਵੀ ਤੂੰ ਮੇਰੇ ਨਾਲ ਚੱਲ, ਡਿਊਟੀ ਲਗਵਾਤੀ। ਤਾਂ ਗਏ ਇੱਥੇ ਕਾਲਜ, ਤੇ ਇੱਕ ਲੜਕਾ ਨਿਕਲ ਰਿਹਾ ਸੀ, ਕਹਿੰਦਾ ਕਾਕਾ ਗੱਲ ਸੁਣ ਤੂੰ ਪੜ੍ਹਦਾ ਇੱਥੇ, ਕਹਿੰਦਾ ਹਾਂਜੀ, ਕਹਿੰਦਾ ਚੰਨੀ ਨੂੰ ਮਿਲਣਾ ਸੀ ਪੁੱਤਰ। ਅੱਛਾ। ਕਹਿੰਦਾ ਚੰਨੀ ਨੂੰ 11:05 ਉਹ ਮਿਊਜ਼ੀਅਮ ਦੇ ਵਿੱਚ ਕੈਫੇਟੇਰੀਆ 'ਚ ਕਾਫੀ ਪੀ ਰਿਹਾ ਸੀ ਇਸ ਵੇਲੇ। ਸੋ ਇਟ ਵਾਸ ਦੈਟ ਵੇ। ਤਾਂ ਉਹਨੂੰ ਕਹਿੰਦੇ ਦੇਖਿਆ ਵੀ ਇਹਦਾ ਨਾਂ ਗੁਰਚਰਨ ਨਹੀਂ ਹੈ ਜੀ, ਉਹ ਚੰਨੀ ਵੀ ਹੈ। ਤਾਂ ਇਹ ਚੰਨੀ ਦੇ ਨਾਂ 'ਤੇ ਇੱਦਾਂ ਦੇ ਐਪੀਸੋਡ। ਜੀ ਜੀ ਪੂਜਾ ਜੀ, ਸਰ ਖਿਡਾਰੀ ਵੀ ਰਹੇ ਨੇ, ਬਿਲਕੁਲ ਭੰਗੜੇ ਨਾਲ ਵੀ ਸੰਬੰਧ ਰੱਖਿਆ, ਭੰਗੜੇ ਤੋਂ ਬਾਅਦ ਕਲਾ ਦੇ ਖੇਤਰ ਨਾਲ ਵੀ ਰਹੇ ਨੇ, ਪਰ ਹੁਣ ਆਪਾਂ ਸਭ ਤੋਂ ਪਹਿਲਾਂ ਛੇੜਦੇ ਕਲਾ ਦਾ ਖੇਤਰ। ਸਰ ਕਲਾ ਦੇ ਖੇਤਰ ਵਿੱਚ ਕਿੱਦਾਂ ਆਉਣਾ ਹੋਇਆ? ਸਟਾਰਟਿੰਗ ਦੇ ਵਿੱਚੋਂ ਤੁਸੀਂ ਮਤਲਬ ਭੰਗੜੇ ਨਾਲ ਵੀ ਸੰਬੰਧ ਰੱਖਿਆ ਹੈ, ਭੰਗੜਾ ਵੀ ਪਾਉਂਦੇ ਰਹੇ ਹੋ, ਖਿਡਾਰੀ ਵੀ ਰਹੇ ਹੋ, ਪਰ ਕਲਾ ਦੇ ਖੇਤਰ ਵਿੱਚ ਤੁਸੀਂ ਇੱਕ ਬਹੁਤ ਅਚੀਵਮੈਂਟ ਹਾਸਲ ਕੀਤੀ ਹੈ। ਇਹ ਤਾਂ ਸਰਸਵਤੀ ਮਾਂ ਦੀ ਕਿਰਪਾ ਹੈ ਜੀ। ਡਰਾਇੰਗ ਇੱਕ ਐਸੀ ਸਬਜੈਕਟ ਹੈ ਜੀ ਜਿਹੜਾ ਹਰ ਬੱਚਾ ਕਰਦਾ ਹੈ, ਜੀ। ਪਰ ਘਰ ਵਾਲੇ ਰੋਕਦੇ ਹੈ। ਹਰ ਵੇਲੇ ਕੀ ਡਰਾਇੰਗ ਕਰਦੇ ਰਹਿਣਾ, ਮੈਨੂੰ ਵੀ ਰੋਕਦੇ ਹੁੰਦੇ ਸੀ। ਕੰਧਾਂ ਦੇ ਉੱਤੇ ਵੀ ਪੈਨਸਲਾਂ ਦੇ ਨਾਲ ਹੀ ਆ ਫਿਰ। ਉਹ ਚੀਜ਼ ਮੈਨੂੰ ਯਾਦ ਹੈ ਕਿ ਅਸੀਂ ਛੋਟੇ ਹੁੰਦੇ ਸੀ ਤੇ ਇੱਕ ਵਿਹੜਾ ਸੀ, ਉਹਦੇ 6-7 ਘਰ ਸੀਗੇ, ਕਮਰੇ ਸੀ, ਸਾਡੇ ਕੋਲ 2 ਕਮਰੇ ਸੀ, ਉਦੋਂ ਅਸੀਂ ਰੈਂਟਡ ਹਾਊਸ 'ਤੇ ਰਹਿੰਦੇ ਸੀਗੇ। ਤਾਂ ਜਦੋਂ ਕੋਈ ਘਰ ਕਮਰਾ ਖਾਲੀ ਹੁੰਦਾ ਸੀ ਨਾ, ਤਾਂ ਸਰ ਨਿਆਣਿਆਂ ਨੂੰ ਨਾ ਉੱਥੇ 'ਚ ਖੇਡਣ ਨੂੰ ਮਜ਼ਾ ਆਉਂਦਾ ਸੀ। ਫਿਰ ਉਹ ਕੋਲੇ ਦੇ ਨਾਲ ਨਾ ਵਾਲੀਆਂ ਗਲੀਆਂ, ਉਹ ਲਾਈਨਾਂ ਮਾਰਨੀਆਂ, ਫਿਰ ਤੇ ਜੋੜੇ ਬਣਾਉਣੇ, ਫਿਰ ਉਹ ਘਰ ਬਣਾਉਣਾ, ਫਿਰ ਚੀਚੋਚੀ ਗਨੇਰੀਆਂ ਦੋ ਤੇਰੀਆਂ ਦੋ ਮੇਰੀਆਂ, ਫਿਰ ਉਹ ਦਿਨੇ ਤਾਂ ਖੇਡਦੇ ਰਹਿਣਾ, ਤਾਂ ਸ਼ਾਮ ਨੂੰ ਜੇ ਲੈਂਡਲੋਰਡ ਨੇ ਆਉਣਾ ਤਾਂ ਉਹਨੇ ਬੜਾ ਰੌਲਾ ਪਾਉਣਾ, ਕਮਰੇ ਖਰਾਬ ਕਰਤੇ, ਇਹ ਉਹ ਸਾਰਾ ਕੁਝ। ਇਹ ਬਿਗਨਿੰਗ ਹੁੰਦੀ ਹੈ ਲਾਈਫ ਦੀ। ਸਕੂਲ ਟਾਈਮ ਦੇ ਵਿੱਚ ਅੱਛਾ ਮੇਰੇ ਵੱਡੇ ਬ੍ਰਦਰ ਜਿਹੜੇ ਮੈਂ ਜ਼ਿਕਰ ਕੀਤਾ ਜੋਗਿੰਦਰ ਜੀ ਤਕਲੀਆ, ਉਹ ਬਾਅਦ ਵਿੱਚ 59 'ਚ ਜਰਮਨੀ ਚਲੇ ਗਏ ਸੀ, ਵਾਜ਼ ਏ ਵਾਟਰ ਇੰਜੀਨੀਅਰ ਦੇਅਰ। ਉਹ ਪੋਰਟਰੇਟ ਬਹੁਤ ਸੁੰਦਰ ਬਣਾਉਂਦੇ ਸੀ ਅਤੇ ਮੈਨੂੰ ਉਹਨਾਂ ਦਾ ਇੰਪਰੈਸ਼ਨ ਰਿਹਾ ਕਾਫੀ। ਸਾਡੇ ਪਿੰਡ ਦੇ ਇੱਕ ਸੱਜਣ ਸੀਗੇ, ਉਹ ਮੈਂ ਉਹ ਚੀਜ਼ ਜਦੋਂ ਉਹਨਾਂ ਦੇ ਮਿਲਣ ਗਏ, ਦਿੱਲੀ ਦੀ ਗੱਲ ਹੈਗੀ ਹੈ, ਤਾਂ ਉਹ ਇੱਕ ਹਿੰਦੁਸਤਾਨ ਨਾਂ ਦਾ ਮੈਗਜ਼ੀਨ ਆਉਂਦਾ ਸੀ, ਹੁਣ ਤਾਂ ਨਹੀਂ ਆਉਂਦਾ ਸ਼ਾਇਦ। ਉੱਥੇ ਨਾ ਦੁਸ਼ਹਿਰੇ ਦੇ ਦਿਨਾਂ ਵਿੱਚ ਰਾਮ ਦਰਬਾਰ ਦੀ ਮਹਾਰਾਜਾ ਰਾਮ, ਲਕਸ਼ਮਣ, ਸੀਤਾ ਅਤੇ ਹਨੂੰਮਾਨ ਜੀ ਦਾ ਇੱਕ ਕਾਫੀ ਖੂਬਸੂਰਤ ਸੀਗਾ ਪੋਰਟਰੇਟ ਫੋਟੋਗ੍ਰਾਫ। ਤਾਂ ਉਹਨੇ ਨਾ ਉਹ ਪੈਨਸਿਲ ਡਰਾਇੰਗ ਕਰ ਰਿਹਾ ਸੀਗਾ, ਤਾਂ ਇੱਕੋ ਇੰਪਰੈਸ਼ਨ। ਇੱਕ ਮੇਰੇ ਕਜ਼ਨ ਹੈਗੇ ਨੇ, ਉਹ ਹੀ ਇਜ਼ ਆਰਕੀਟੈਕਟ, ਉਹਨਾਂ ਦੀ ਡਰਾਇੰਗ ਅੱਛੀ। ਮੈਂ ਉਹਨਾਂ ਕੋਲੋਂ ਜਾ ਕੇ ਛੋਟੇ ਹੁੰਦੇ ਜਦੋਂ ਜਾਂਦਾ ਸੀ ਨਾ, ਮੈਂ ਜੀ ਤੁਸੀਂ ਮੈਂ ਗੱਲ ਕਰ ਰਿਹਾ ਅਰਾਊਂਡ 50 ਦੀ, ਕਿਉਂਕਿ 45 ਦਾ ਬਰਥ ਹੈ ਮੇਰਾ, ਅਤੇ ਦਿੱਲੀ ਦੀ ਗੱਲ ਹੈਗੀ ਹੈ। ਅਤੇ ਮੈਂ ਹਮੇਸ਼ਾ ਬਣਾਉਂਦਾ ਸੀ, ਇੱਕ ਸਟਾਫ ਹੈ, ਡੰਡਾ ਹੈ, ਉਹਦੇ ਤਿਰੰਗਾ ਝੰਡਾ ਝੁੱਲ ਰਿਹਾ ਹੈ, ਤਾਂ ਇੱਕ ਬੰਦਾ ਉਹਨੂੰ ਸਲੂਟ ਮਾਰ ਰਿਹਾ ਹੈ। ਅੱਛਾ। ਐਂਡ ਉਹ ਮੈਂ ਜਿੰਨੀ ਵਾਰੀ ਵੀ ਜਾਣਾ 2-4-5 ਮਹੀਨੇ ਬਾਅਦ, ਪਾਪੇ ਉਹ ਮੈਨੂੰ ਬਣਾ ਕੇ ਦਿਓ, ਤਾਂ ਪਹਿਲੇ ਚੜ ਜਾਂਦਾ ਹੁੰਦਾ ਸੀਗਾ, ਫਿਰ ਉਹ ਮੈਨੂੰ ਨਾ ਮੇਰੇ ਉਹ ਭਾਈ ਸਾਹਿਬ ਮੇਰੇ ਡਰਾਇੰਗ ਕਰਦੇ ਹੁੰਦੇ ਸੀਗੇ। ਸੋ ਇਸ ਤਰੀਕੇ ਨਾਲ ਮੇਰਾ ਜਿਹੜਾ ਮਾਹੌਲ ਰਿਹਾ ਉਹ ਫਾਈਨ ਆਰਟ ਡਰਾਇੰਗ ਨਾਲ ਤਾਲੁਕ ਸੀ, ਉਹ ਤਾਂ ਡਰਾਇੰਗ ਹੀ ਕਹਿ ਸਕਦੇ ਸੀ ਜੀ। ਸਾਡੇ ਕਲੱਬ ਸੀਗਾ, ਆਰਟ ਕਲੱਬ ਸੀਗਾ, ਮੈਂ ਉਹਦਾ ਮੈਂਬਰ ਸੀਗਾ। ਅਤੇ ਕੋਈ ਵਕਤ ਆਇਆ ਜਿਸ ਵੇਲੇ ਘਰ ਵਾਲਿਆਂ ਨੇ ਮਹਿਸੂਸ ਕੀਤਾ ਕਿ ਇੱਕ ਇਹਨੂੰ ਕਰਨ ਦਿੱਤਾ ਜਾਏ ਲਿਬਰਟੀ ਨਾਲ ਬੈਠੇ, ਕਿਉਂਕਿ ਜੇ ਘਰ ਬੈਠਾ ਤਾਂ ਬਾਹਰ ਅਵਾਰਾਗਰਦੀ ਤਾਂ ਨਹੀਂ ਕਰਦਾ। ਆਈ ਵਾਜ਼ ਨਾਟ ਟੂ ਗੁੱਡ ਇਨ ਸਟੱਡੀਜ਼। ਮੈਂ ਕਦੀ ਕਿਤਾਬ ਆ ਕੇ ਨਾ ਪੜ੍ਹ ਕੇ ਨਹੀਂ ਸੀ ਦੇਖੀ ਘਰ। ਹਾਂ, ਕਲਾਸ ਵਿੱਚ ਜਿਸ ਵੇਲੇ ਪੜ੍ਹਦੇ ਸੀ ਉਹ 100% ਕੰਸਨਟ੍ਰੇਸ਼ਨ ਦੇ ਦਿੰਦੇ ਸੀਗੇ। ਤਾਂ ਇੱਕ ਵਾਰੀ ਸਵਿਚ ਜਿਹੀ ਦੇਖਣੀ, ਉਸ ਤੋਂ ਬਾਅਦ ਮੌਜ ਖੇਡਣ ਚੱਲ ਜਾਣਾ, ਕਰਨਾ ਕਰਨਾ। ਅਤੇ ਡਰਾਇੰਗ ਇਸ ਕਰਕੇ ਹੁੰਦੀ ਸੀ ਵੀ ਇਹ ਦੁਪਹਿਰੇ ਘੱਟੋ ਘੱਟ ਘਰ ਬੈਠੇਗਾ। ਸੋ ਇਸ ਸਿੱਕਾ ਸੀਗਾ। ਹਾਇਰ ਸੈਕੰਡਰੀ ਮੈਂ 64 ਕੀਤੀ ਸੀ 64 ਦੇ ਵਿੱਚ ਜੀ। ਅਤੇ
ਇਹ ਪੁੱਛਿਆ ਗਿਆ ਵੱਡੇ ਭਾਈ ਸਾਹਿਬ ਵੀ ਹਾਂ ਵੀ ਖਾਲਸਾ ਹੁਣ ਕੀ ਕਰਨਾ ਕਦੇ ਸਾਡੇ ਘਰ ਥੋੜਾ ਮਾਹੌਲ ਬੜਾ ਖੁਸ਼ਮਾਰ ਰਿਹਾ ਹਮੇਸ਼ਾ ਖਾਲਸਾ ਮੌਲਵੀ ਸਿੱਖਾ ਸਰਦਾਰਾ ਸਾਰਾ ਕੁਝ ਜੋ ਕੁਝ ਵੀ ਕਹਿੰਦੇ ਸੀ ਅਸੀਂ ਜੋ ਵੀ ਅੱਜ ਦਾ ਪਿਆਰ ਸਾਡੇ ਇੱਕ ਗੱਲ ਘਰ ਬੜੀ ਮਸ਼ਹੂਰ ਸੀ ਹਰ ਗੱਲ ਜਿਹੜੀ ਚੀਜ਼ ਦੀ ਜ਼ਰੂਰਤ ਹੈ ਨਾ ਉਹ ਯਾਰ ਮੱਛਰਦਾਨੀ ਦੇਈ ਅੱਛਾ ਇਹ ਕਿੱਦਾਂ ਮਤਲਬ ਉਹ ਐਵਰੀਥਿੰਗ ਵਾਸ ਮੱਛਰਦਾਨੀ ਓਕੇ ਵੱਡੇ ਬ੍ਰਦਰ ਨੇ ਕੱਪੜੇ ਪ੍ਰੈਸ ਕਰਾਉਣੇ ਨੇ ਹਾਂਜੀ ਤਾਂ ਪ੍ਰੈਸ ਅਗਰ ਕੱਪੜੇ ਕਰਨੇ ਨੇ ਤਾਂ ਰੱਖੇ ਟੇਬਲ ਦੇ ਉੱਤੇ ਜੀ ਤਾਂ ਹੁਣ ਆਇਰਨਿੰਗ ਦੀ ਜ਼ਰੂਰਤ ਹੈ ਜਿਹੜੀ ਆਇਰਨ ਹੈਗੀ ਹੈ ਜਿਹਨੂੰ ਅਸੀਂ ਪ੍ਰੈਸ ਕਹਿੰਦੇ ਹਾਂ ਨਾ ਉਹ ਜਦੋਂ ਯਾਰ ਮੱਛਰਦਾਨੀ ਗਰਮ ਕਰੀ ਯਾਰ ਸੋ ਉਹਦਾ ਮਤਲਬ ਸੀਗਾ ਕਿ ਯਾਰ ਉਹ ਪ੍ਰੈਸ ਗਰਮ ਕਰ ਮੈਂ ਸ਼ਟ ਕਰੇ ਸੋ ਇਦਾਂ ਦੀ ਜਿਹੜੀ ਚੀਜ਼ ਤੇ ਸੀਗੀ ਨਹੀਂ ਕਦੇ ਇਦਾਂ ਨਹੀਂ ਹੋਇਆ ਕਿ ਵੀ ਤੁਸੀਂ ਮੰਗੀ ਮਤਲਬ ਤੁਹਾਡੇ ਦਿਲ ਕਰ ਰਿਹਾ ਕਿ ਵੀ ਰੋਟੀ ਖਾਣੀ ਹੈ ਤੇ ਅੱਗੇ ਉਹਨਾਂ ਨੇ ਕਹਿਤਾ ਵੀ ਹਾਲ ਮੱਛਰਦਾਨੀ ਖਾ ਲੈ ਕੁੱਟ ਬੜੀ ਪੈਣੀ ਸੀ ਜੇ ਤੁਸੀਂ ਗੱਲ ਸੋ ਸਾਡੇ ਨਾ ਪਿਤਾ ਜੀ ਆਰਮੀ ਆਫਿਸਰ ਹੋਣ ਕਰਕੇ ਨਾ ਘਰ ਦਾ ਮਾਹੌਲ ਬੜਾ ਖੂਬਸੂਰਤ ਦਿਲਕਸ਼ ਇੱਕ ਨਾਲ ਇਹ ਸਾਡੇ ਪਰਿਵਾਰ 'ਚ ਬਹੁਤ ਕਿਰਪਾ ਰਹੀ ਹੈ ਕਿ ਅਸੀਂ ਰਾਤ ਦਾ ਖਾਣਾ ਸਾਰਿਆਂ ਨੇ ਇਕੱਠੇ ਨੇ ਖਾਧਾ ਵਾਹ ਅੱਛਾ ਜਿੰਨਾ ਮਰਜ਼ੀ ਕੋਈ ਜ਼ਰੂਰੀ ਕੰਮ ਹੋਏ ਤਾਂ ਰਾਤ ਦਾ ਖਾਣਾ ਸੋ ਘਰੇਲੂ ਮਾਹੌਲ ਸਾਡਾ ਅੱਛਾ ਸੀਗਾ ਜੀ ਮੈਨੂੰ ਪੁੱਛਿਆ ਗਿਆ ਵੀ ਕੀ ਕਰਨਾ ਹੈ ਹਰ ਸੈਕਿੰਡ ਦੇ ਬਾਅਦ ਮੈਂ ਜੀ BA ਕਰਾਂਗਾ ਤੇ ਕਿੱਥੇ ਕਿੱਥੇ ਕਰੇਗਾ ਖਾਲਸਾ ਕਾਲਜ ਦੇਵਨਗਰ ਕਿਉਂ ਮੈਂ ਜੀ ਉਹਦੀ ਹਾਕੀ ਦੀ ਟੀਮ ਅੱਛੀ ਹੈ ਤੇ ਹਾਕੀ ਖੇਡਾਂਗੇ ਮੈਂ ਪਰ ਉਹਨਾਂ ਦਾ ਉਸ ਤੋਂ ਪਹਿਲੇ ਮੇਰਾ ਇੱਕ ਛੋਟਾ ਐਕਸੀਡੈਂਟ ਹੋ ਗਿਆ ਸੀ ਤਾਂ ਮੇਰੀ ਲੱਤ ਜਾਮ ਹੋਈ ਸੀ ਤਾਂ ਜਿਸ ਕਰਕੇ ਮੈਂ ਨੈਸ਼ਨਲ ਖੇਡਣ ਨਹੀਂ ਸੀ ਜਾ ਸਕਿਆ ਸਕੂਲ ਵੱਲੋਂ ਭੋਪਾਲ ਸੀਗਾ 63 ਦੇ ਵਿੱਚ ਤੇ ਕਹਿੰਦੇ ਚਲ BA ਕਰ ਲਈ ਫਿਰ ਕੀ ਕਰੇਗਾ ਮੈਂ ਜੀ ਫਿਰ MA ਕਰਾਂਗੇ ਪਤਾ ਨਹੀਂ ਸੀਗਾ ਵੀ MA ਇੱਕ ਸਬਜੈਕਟ ਦੀ ਹੁੰਦੀ ਹੈ ਪਰ ਨਹੀਂ ਸੀ ਪਤਾ ਛੋਟਾ ਸੀਗਾ ਤੇ ਕਹਿੰਦੇ ਫਿਰ ਉਸ ਤੋਂ ਬਾਅਦ ਪਤਾ ਹੀ ਨਹੀਂ ਸੀਗਾ ਫਿਰ ਲਾਈਟ ਬੋਰਡ ਦੀ ਗੱਲ ਖਤਮ ਹੋਈ ਤਾਂ ਫਿਰ ਨਾ ਮੈਨੂੰ ਸਾਈਕੋਲੋਜਿਸਟ ਕੋਲ ਲੈ ਕੇ ਗਏ ਭਾਈ ਸਾਹਿਬ ਯੂਨੀਵਰਸਿਟੀ ਅੱਛਾ ਉਹਨਾਂ ਨੇ ਮੈਨੂੰ ਬੁਲਾਇਆ ਆਪਣੇ ਕੋਲ ਪਰਫਾਰਮਾ ਭਰਾਇਆ ਅਗਲੇ ਹਫਤੇ ਆਪਕਾ ਰਿਜ਼ਲਟ ਅਗਲੇ ਹਫਤੇ ਦੇ ਦੇंगे जब मैं अगले हफ्ते गया पता नहीं कहाँ परफॉर्मर रख दिया यार वो तो हिंदी से गल करते दिल में इस करके नाल हिंदी बोल रहे थे दोबारा भर लिया गया तीजी बार फिर बुलाया तो मैं तीजी बार ना थोड़ा एक तो मेरे ब्रदर उत्थे यूनिवर्सिटी ਦੇ ਵਿੱਚ ਸੀਗੇ तो उस करके भी सीगा कि हरबंस का छोटा भाई है तो वैसे ही खलीफे जैसे कि किस्म से थोड़े यार मुँह फट जाए किस्म से मैं कहा क्या है कैसे सर आपका ये ऑफिस एक परफॉर्मर मिसप्लेस हो गया वो कोई बात नहीं यार आज शाम को तो फिर शाम भी जो रिजल्ट आया वो सीगा भी या गेम खेडे तो या फिर फाइन आर्ट्स करें क्योंकि मैं आर्ट क्लब ਦਾ तो सारा कुछ दसा गया कुछ एक स्टेप्स होंगे ਜਿਹਦੇ ਚ ਉਹਨਾਂ ਨੇ ਕਿਉਂ ਕੀਤਾ ਸੋ ਦਿਸ ਇਜ਼ ਹਾਊ ਆਈ ਵਾਸ ਇੰਟਰੋਡਿਊਸਡ ਟੂ ਦਿਸ ਥਿੰਗ ਫਾਈਨ ਆਰਟਸ ਦੇ ਵਾਸਤੇ ਫਿਰ ਇਹਦੇ ਚ ਫਾਈਨ ਆਰਟਸ ਦੇ ਵਿੱਚ ਵੀ ਕੀ ਕਰਨਾ ਹੈ ਉਹਦੇ 'ਚ ਫਿਰ ਸਬਜੈਕਟਸ ਹੁੰਦੇ ਨੇ ਫਾਈਨ ਆਰਟਸ ਹੈ ਕਮਰਸ਼ੀਅਲ ਆਰਟ ਹੈ ਸਕਲਪਚਰ ਹੈਗਾ ਗ੍ਰਾਫਿਕ ਹੈਗਾ ਫਿਰ ਮੈਨੂੰ ਪੁੱਛਿਆ ਮੈਂ ਕਿਹਾ ਵੀ ਗੱਲ ਹੈ ਵੀ ਜਿਹਦੇ 'ਚ ਵਿਜ਼ਿਟਿੰਗ ਕਾਰਡ ਲੈਟਰ ਹੈਡ ਬਣਨ ਪੋਸਟਰ ਬਣਨ ਵੱਡੇ ਬੰਦੇ ਸੀ ਨਾ ਸਟੇਸ਼ਨਾਂ 'ਤੇ ਲੱਗੇ ਹੁੰਦੇ ਸੀ ਪੋਸਟਰ ਫਿਰ ਇਹ ਹੋਇਆ ਜੀ ਵੀ ਦੈਟ ਇਜ਼ ਕਮਰਸ਼ੀਅਲ ਆਰਟ ਐਂਡ ਯੂ ਸ਼ੁੱਡ ਡੂ ਦਿਸ ਹਾਊ ਆਈ ਕੇਮ ਦੇਅਰ ਤੇ ਫਿਰ ਜਦੋਂ ਸਰ ਕਾਲਜ ਦੇ ਵਿੱਚ ਫਾਈਨਲੀ ਤੁਸੀਂ ਜੁਆਇਨਿੰਗ ਕਰ ਲਈ ਤੁਸੀਂ ਨਾ ਐਡਮਿਸ਼ਨ ਲੈ ਲਈ ਫਿਰ ਉਸ ਤੋਂ ਬਾਅਦ ਕਿਵੇਂ ਦਾ ਸਫ਼ਰ ਰਿਹਾ ਤੁਹਾਡਾ ਕਲਾ ਨੂੰ ਲੈ ਕੇ ਫਾਈਨ ਆਰਟਸ ਦਾ ਤੁਸੀਂ ਜੁਆਇਨ ਕਰ ਲਿਆ ਤੇ ਉਹਦੇ ਵਿੱਚ ਕਿਸ ਤਰੀਕੇ ਦੀਆਂ ਫਿਰ ਤੁਸੀਂ ਪੇਂਟਿੰਗਸ ਬਣਾਉਣੀਆਂ ਸ਼ੁਰੂ ਕੀਤੀਆਂ ਜਾਂ ਫਿਰ ਇਸ ਤੋਂ ਇਲਾਵਾ ਵੀ ਕੁਝ ਹੋਰ ਕੀਤਾ ਸਾਡੇ ਨਾਲ ਤੇ ਆਰਟ ਕਾਲਜ ਡਿਪਲੋਮਾ ਹੁੰਦਾ ਸੀ 5 ਸਾਲ ਦਾ ਪਹਿਲੇ 2 ਸਾਲ ਤੇ ਨਾ ਇੱਕ ਕਾਮਨ ਜਿਹਾ ਹੁੰਦਾ ਸੀ ਸਾਰੇ ਉਹਦੇ ਚ ਪੇਂਟਿੰਗ ਵੀ ਸਿਖਾਉਂਦੇ ਸੀ ਡਰਾਇੰਗ ਵੀ ਸਿਖਾਉਂਦੇ ਸੀ ਗ੍ਰਾਫਿਕਸ ਵੀ ਸਿਖਾਉਂਦੇ ਸੀ ਫੋਟੋਗ੍ਰਾਫੀ ਸੀਗੀ ਐਂਡ ਟਾਈਪੋਗ੍ਰਾਫੀ ਸੀਗੀ ਤੇ ਉਹ ਸਾਰਾ ਚੀਜ਼ਾਂ ਕਰਕੇ ਉਸ ਤੋਂ ਬਾਅਦ ਤੁਹਾਡਾ ਬੱਚੇ ਦਾ ਇੰਟਰਸਟ ਕਿਹੜੇ ਪਾਸੇ ਜਾਂਦਾ ਉਹ ਉੱਧਰ ਲੈ ਜਾਂਦੇ ਸੀਗੇ ਜੀ ਸਾਡੇ ਬੰਦੇ ਨੇ ਕਈਆਂ ਨੇ ਅਪਲਾਈਡ ਆਰਟ ਕਮਰਸ਼ੀਅਲ ਆਰਟ ਭਰਿਆ ਹੁੰਦਾ ਸੀ ਸਾਡੇ ਇੱਕ ਦੋਸਤ ਹੈਗੇ ਨੇ ਅਵਤਾਰਜੀਤ ਧੰਜਲ ਲੰਡਨ ਬੇਸਡ ਇੰਟਰਨੈਸ਼ਨਲ ਸਕਲਪਟਰ ਹਨ ਉਹਨੇ ਅਪਲਾਈਡ ਆਰਟ ਸਬਜੈਕਟ ਭਰਿਆ ਸੀ ਪਰ ਬਾਅਦ ਵਿੱਚ ਉਹਨੇ ਸਕਲਪਚਰ ਲੈ ਲਿਆ ਸੀ ਸੋ ਉਹ ਕਿਉਂਕਿ ਉਹ 2 ਸਾਲਾਂ ਦੇ ਵਿੱਚ ਬੰਦੇ ਦਾ ਬੈਂਟਰ ਮਾਈਂਡ ਕਲੀਅਰ ਹੋ ਜਾਂਦਾ ਕਿ ਮੈਂ ਕੀ ਕਰ ਰਿਹਾ ਜੀ ਪਰ ਸਰ ਤੁਹਾਡਾ ਮਾਈਂਡ ਕਿਹੜੇ ਪਾਸੇ ਗਿਆ ਕਿਹੜੇ ਵੇਲੇ ਮੋੜ ਕੱਟਿਆ ਉਹ ਆਪਾਂ ਇੱਕ ਬ੍ਰੇਕ ਤੋਂ ਬਾਅਦ ਜਾਣਦੇ ਹਾਂ ਸਮਾਂ ਇੱਕ ਹੋ ਗਿਆ ਜੀ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ ਪ੍ਰੋਗਰਾਮ ਚੱਲ ਰਿਹਾ ਗੱਲ ਪੰਜਾਬ ਦੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ ਪ੍ਰੋਗਰਾਮ ਗੱਲ ਪੰਜਾਬ ਦੀ ਵਿੱਚ ਤੇ ਸਾਡੇ ਅੱਜ ਦੇ ਮਹਿਮਾਨ ਨੇ ਚੰਨੀ ਤਕੁਲੀਆ ਜੀ ਮੇਰੇ ਮੂੰਹ ਤੋਂ ਫਿਰ ਗੁਰਚਰਨ ਨਿਕਲ ਲੱਗਾ ਸੀ ਤੇ ਚਲੋ ਕੋਈ ਗੱਲ ਨਹੀਂ ਉਹਨਾਂ ਨੂੰ ਸੁਣਨਾ ਹੀ ਨਹੀਂ ਸੀ
ਗਾਲ ਤਾਂ ਨਹੀਂ ਸੀ ਕੱਢ ਰਹੇ ਨਾ। ਅੱਛਾ ਸਰ, ਅਸੀਂ ਗੱਲ ਕਰ ਰਹੇ ਸੀ ਫਾਈਨ ਆਰਟਸ ਦੀ ਜੀ ਬੇਟਾ। ਕਿ ਇੱਕ ਜਿਹੜਾ ਟਰਨਿੰਗ ਪੁਆਇੰਟ ਆਇਆ, ਇੱਕ ਮੋੜ ਆਇਆ, ਉਹ ਕਿਹੜਾ ਸੀਗਾ? ਬੜਾ ਟੀਡੀਅਸ ਕੁਐਸਚਨ ਹੈ। ਕਿਸ ਚੀਜ਼ ਦਾ ਮੋੜ? ਜਿੱਦਾਂ ਤੁਸੀਂ ਗੱਲ ਕਰ ਰਹੇ ਸੀ, ਅਸੀਂ ਬ੍ਰੇਕ ਲੈ ਲਈ ਸੀ, ਉਸ ਤੋਂ ਪਹਿਲਾਂ ਤੁਸੀਂ ਗੱਲ ਕਰ ਰਹੇ ਸੀ ਕਿ ਫਾਈਨ ਆਰਟਸ ਦੇ ਵਿੱਚ ਜਦੋਂ ਪਿਕਚਰਸ ਅਸੀਂ ਗੱਲ ਕਰ ਰਹੇ ਸੀਗੇ ਕਿ ਕਿਹੜੀਆਂ ਬਣਾਈਆਂ, ਫਿਰ ਉਹਦੇ ਵਿੱਚ ਤੁਸੀਂ ਜ਼ਿਕਰ ਕੀਤਾ ਸੀਗਾ ਉਹਦੇ ਚ ਨਾ ਹੁਣ ਆਈ ਵਿਲ ਸਪੀਕ। ਉਹਦੇ ਚ ਨਾ ਸਾਨੂੰ ਸਟਿਲ ਲਾਈਫ ਜ਼ਿਆਦਾ ਕਰਾਉਂਦੇ ਹੁੰਦੇ ਸੀ ਪਹਿਲੇ, ਬੇਸਿਕ ਡਰਾਇੰਗਸ, ਗਲਾਸ, ਕਿਤਾਬ, ਤੋਂ ਵੱਖਰੇ ਵੱਖਰੇ ਲੇਆਊਟਸ ਕਰਦੇ ਹੁੰਦੇ ਸੀਗੇ ਅਸੀਂ। ਉੱਥੇ ਨਾ ਸਾਡੇ ਕਾਲਜ ਦੇ ਵਿੱਚ ਇੱਕ ਸਕਲਪਚਰ ਸੀਗਾ ਬੰਦਾ POP ਦਾ, ਜਿਹੜਾ ਬੰਦਾ ਬੈਠਾ ਹੈ ਤਾਂ ਗੋਡਾ ਖੜਾ ਤੇ ਇੱਦਾਂ ਹੱਥ ਕਰਕੇ ਬੈਠਾ ਤੇ ਇੱਕ ਹੱਥ ਇੱਥੇ ਹੈ। ਉਹ ਸਾਡੇ ਟੀਚਰ ਨੇ ਕਿਹਾ ਵੀ ਅੱਜ ਇਹ ਕਰਨੀ ਹੈਗੀ ਹੈ, ਅਤੇ ਫਰੈਂਕਲੀ ਸਪੀਕਿੰਗ ਗੱਲਾਂ ਕਰਨ ਨੂੰ ਮੈਂ ਜ਼ਿਆਦਾ ਤੇਜ਼ ਰਿਹਾ, ਹਮੇਸ਼ਾ ਜ਼ਿਆਦਾ ਕਰਦਾ ਸੀਗਾ ਮੈਂ। ਫਿਰ ਇੱਕ ਦਿੱਲੀੋਂ ਆਏ ਸੀਗੇ, ਪੰਜਾਬ 'ਚ ਇਸ ਤਰ੍ਹਾਂ ਦੇ ਕੋਈ ਇੱਕ ਇੰਪੈਕਟ ਜਿਹੜਾ ਵੀ ਦਿੱਲੀੋਂ ਆਇਆ ਮੈਂ, ਉਹ ਗੱਲਾਂ ਕਰਨ ਦੀ ਜ਼ਿਆਦਾ ਆਦਤ ਸੀ। ਅਤੇ ਸਰਦਾਰ ਮੈਨੂੰ ਪ੍ਰੋਫੈਸਰ ਕਹਿੰਦੇ, ਸਰਦਾਰਾ, ਉਦੋਂ ਮੈਂ ਪਗੜੀ ਬੰਦਾ ਹੁੰਦਾ ਸੀ, ਸਰਦਾਰਾ ਸਾਨੂੰ ਬੰਦਾ ਕੰਮ ਕਰਨ ਵਾਲਾ ਚਾਹੀਦਾ, ਗੱਲਾਂ ਕਰਨ ਵਾਲਾ ਨਹੀਂ। ਅੱਛਾ, ਆ ਡਰਾਇੰਗ ਕਰ, ਅੱਜ ਪਤਾ ਲੱਗ ਜਾਏਗਾ। ਐਂਡ ਉਹ ਡਰਾਇੰਗ ਮੈਂ ਜ਼ਿਆਦਾ ਜਲਦੀ ਕਰ ਲਈ, ਅਤੇ ਮੈਂ ਫਿਰ ਦੇਖਣ ਲੱਗ ਪਿਆ ਦੂਜਾ ਦਿਨ ਮੈਨੂੰ ਟੀਚਰ ਬੈਠੇ ਸੀ, ਕਹਿੰਦੇ ਘੁੰਮਦਾ ਕਿਉਂ ਆਪਣਾ ਕੰਮ? ਮੈਂ ਤਾਂ ਫਿਨਿਸ਼ ਕਰ ਲਿੱਤੀ ਹੈ। ਅਤੇ ਆ ਕੇ ਦੇਖਦੇ ਕਹਿੰਦੇ, ਯਾਰ ਤੇਰੀ ਡਰਾਇੰਗ ਤਾਂ ਠੀਕ ਹੈ, ਵਧੀਆ। ਮੈਂ ਫਿਰ ਮੈਂ ਖਪਸ਼ਪ ਪਾ ਸਕਦਾ ਨਾ। ਸੋ ਇੱਦਾਂ ਕਰਕੇ ਨਾ ਹਰ ਚੀਜ਼ ਜਿਹੜੀ ਹੈ, ਕਿਉਂਕਿ ਉਹ ਪਹਿਲੇ ਸਕੂਲ ਟਾਈਮ 'ਚ ਸਾਰਾ ਕੁਛ ਕੀਤਾ ਹੋਇਆ ਸੀਗਾ, ਇਸ ਕਰਕੇ ਜ਼ਿਆਦਾ ਮੁਸ਼ਕਿਲ ਨਹੀਂ ਹੋਈ। ਕੈਨਵਸ ਜਿਹੜੀ ਹੈ, ਮੈਂ ਅੱਜ ਤੱਕ ਸਿਰਫ 2 ਕੈਨਵਸ ਪੇਂਟ ਕੀਤੀਆਂ ਨੇ। ਇੱਕ ਕੰਪੋਜੀਸ਼ਨ ਜਿਹੜੀ ਐਗਜ਼ਾਮ ਦੇ ਦਿਨ 'ਚ ਪੇਂਟਿੰਗ ਕੰਪੋਜੀਸ਼ਨ ਸੀ, ਇੱਕ ਸਟਿਲ ਲਾਈਫ। ਕਿਉਂਕਿ ਮੈਨੂੰ ਕੈਨਵਸ ਆਇਲ ਪੇਂਟ ਕਰਨਾ ਪਤਾ ਨਹੀਂ ਝਿਜਕ ਜੀ ਕਿ ਉਸ ਮੈਨੂੰ ਚੰਗਾ ਨਹੀਂ ਸੀ ਲੱਗਦਾ। ਹੁਣ ਕਰਨ ਦੀ ਕੋਸ਼ਿਸ਼ ਹੁੰਦੀ ਤਾਂ ਕਰ ਲਈਦਾ, ਇਹ ਨਹੀਂ ਵੀ ਨਹੀਂ ਕੀਤਾ, ਨਹੀਂ ਆਉਂਦਾ ਕਰਨਾ। ਮਗਰ ਮੇਰੇ ਦਿਮਾਗ ਵਿੱਚ ਸ਼ੁਰੂ ਤੋਂ ਹੀ ਨਾ ਵਾਟਰ ਕਲਰ ਅਤੇ ਪੋਸਟਰ ਕਲਰ ਦੇ ਵਿੱਚ ਕੰਮ ਕਰਦਾ ਸੀਗਾ ਵਿਚਾਰ, ਤਾਂ ਉਹਦੇ 'ਚ ਵੀ ਕੀਤਾ। ਕਿਉਂਕਿ ਪੋਸਟਰ ਦੇ ਵਿੱਚ ਅਸੀਂ ਪੋਸਟਰ ਕਲਰ ਦੇ ਵਿੱਚ ਕਰਦੇ ਸੀਗੇ, ਲੇਆਊਟਸ ਕਰਦੇ ਪੋਸਟਰ ਕਲਰ ਦੇ ਵਿੱਚ ਕਰਦੇ ਸੀ। ਜਿਸ ਇੱਕ ਜਾਂ ਮੈਂ ਇਹ ਕਹਿ ਸਕਦਾ ਵੀ ਉਸ ਵੇਲੇ ਪੈਸੇ ਬਚਾਉਂਦੇ ਸੀ ਤਾਂ ਆਇਲ ਪੇਂਟ ਮੈਂ ਜ਼ਿਆਦਾ ਪੈਸੇ ਖਰਚ ਨਹੀਂ ਸੀ ਕਰਦੇ, ਆਪਣੇ ਕੋਲ ਬਚਾਉਂਦੇ ਹੁੰਦੇ ਸੀ ਪੈਸੇ। ਡਰਾਇੰਗਸ ਦੇ ਵਿੱਚ ਕੰਪੋਜੀਸ਼ਨ ਸੈਂਸ ਆਉਣੀ ਬੜੀ ਲਾਜ਼ਮੀ ਹੈ ਜੀ। ਜੇ ਕਿਸੇ ਬੰਦੇ ਨੂੰ ਐਸਥੈਟਿਕ ਸੈਂਸ ਨਹੀਂ ਹੈ ਬੇਸਿਕ ਕਿਸੇ ਚੀਜ਼ ਦੀ ਡਰਾਇੰਗਸ ਵਗੈਰਾ ਦੇ ਵਿੱਚ, ਤਾਂ ਉਹਦਾ ਮਤਲਬ ਨਹੀਂ। ਸਾਰੇ ਬੰਦੇ ਹੁਣ ਸਾਡੇ ਆਮ ਤੌਰ 'ਤੇ ਮੈਨੂੰ ਕਹਿੰਦੇ ਸੀ ਤੂੰ ਡਰਾਇੰਗ ਮਾਸਟਰ ਬਣ ਕੇ ਰਹਿ ਜਾਏਗਾ। ਅਸੀਂ ਡਰਾਇੰਗ ਮਾਸਟਰ ਵੀ ਬਣਾਂਗੇ ਤਾਂ ਡਰਾਇੰਗ ਮਾਸਟਰ ਕਿਹੜੇ ਮਾੜੇ ਹੁੰਦੇ ਨੇ ਜੀ, ਹੈ ਨਾ। ਸੋ ਕਿਉਂਕਿ ਅਸੀਂ ਬੇਸਿਕ ਤਾਂ ਅਸੀਂ ਆਪਣੇ ਟੀਚਰਸ ਕੋਲੋਂ ਸਿੱਖਿਆ। ਮੈਂ ਹੁਣ ਦੱਸਾਂ ਕਿ ਇੱਕ ਸਾਡੇ ਮਿਸਟਰ ਮਲਿਕ ਨਾਂ ਦੇ, ਸਾਡੇ ਪੂਰਾ ਨਾਂ ਤਾਂ ਨਹੀਂ ਪਤਾ ਯਾਦ ਮੈਨੂੰ, ਮਲਿਕ ਸਾਹਿਬ ਹੁੰਦੇ ਸਾਡੇ ਟੀਚਰ। ਉਹ ਸਾਡੇ ਤੋਂ ਛੋਟੇ ਹੁੰਦੇ ਤੋਂ ਟਾਈਪੋਗ੍ਰਾਫੀ ਪੋਸਟਰ ਸਲੋਗਨ ਲਿਖਵਾਉਂਦੇ ਸੀ, ਡਰਾਇੰਗ ਇਜ਼ ਏ ਸਾਇਲੈਂਟ ਮਿਊਜ਼ਿਕ। ਵਾਹ। ਅਤੇ ਉਹ ਚੀਜ਼ ਹਾਲੇ ਤੱਕ ਮੇਰੇ ਜ਼ਿਹਨ 'ਚ ਵੀ ਵਾਕਈ ਜੇ ਤੁਸੀਂ ਡਰਾਇੰਗ ਕਰਦੇ ਹੋ ਤਾਂ ਤੁਸੀਂ ਇੱਕ ਮਿਊਜ਼ਿਕ ਇੰਜੋਏ ਕਰਦੇ ਹੋ ਜੀ, ਸਿੰਫਨੀ ਹੈ। ਜੋ ਲਾਈਨ ਮਾਰਦੇ ਹੋ ਤੁਹਾਨੂੰ ਤਰੰਗ ਜਿਹੜੀ ਹੈ ਤੁਹਾਡੇ ਜ਼ਿਹਨ ਦੇ ਵਿੱਚ ਆਉਂਦੀ ਹੈ। ਐਂਡ ਉਹ ਫੋਰਚੂਨੇਟਲੀ ਉਹ ਸਾਡੇ ਟੀਚਰ ਜਿਹੜੇ ਮਲਿਕ ਸਾਹਿਬ ਸੀਗੇ, ਉਹ ਵੀ ਚੰਡੀਗੜ੍ਹ ਤੋਂ ਪਹਿਲੇ ਸਿਮਲੇ ਕਾਲਜ ਸੀਗਾ ਸਾਡਾ, ਉਹ ਸਿਮਲੇ ਦੇ ਸਟੂਡੈਂਟ ਸੀ। ਤਾਂ ਜਿਹਨਾਂ ਨੂੰ ਮੈਂ ਉਸਤਾਦ ਜੀ ਕਹਿੰਦਾ, ਪ੍ਰੋਫੈਸਰ ਬਲਦੇਵ ਰਾਜ ਰਤਨ, ਉਹ ਉਹਨਾਂ ਦੇ ਸਟੂਡੈਂਟ ਸੀਗੇ ਜੀ। ਸੋ ਇੱਕ ਉਹ ਚੇਨ ਬੜੀ ਮੈਂ ਮਹਿਸੂਸ ਕਰਦਾ। ਮੈਂ ਕਦੇ ਵੀ ਨਾ ਉਹ ਕੋਈ ਵੀ ਚੀਜ਼, ਇੱਕ ਚੀਜ਼ ਲੈ ਕੇ ਨਾ ਛੋਟੇ ਛੋਟੇ ਕਰਕੇ ਮੈਂ ਫਿਨਿਸ਼ ਨਹੀਂ ਸੀ ਕਰਦਾ ਹੁੰਦਾ, ਸਟ੍ਰੇਟ ਕੀਤਾ ਕੰਮ। ਕਿਉਂਕਿ ਮੇਰੇ ਦਿਮਾਗ 'ਚ ਸੀਗਾ ਕਿ ਤੁਸੀਂ ਜੋ ਕੁਛ ਵੀ ਕਰਨਾ ਤੁਹਾਨੂੰ ਨਾ ਐਜ਼ ਏ ਕਮਰਸ਼ੀਅਲ ਆਰਟਿਸਟ ਜਿਹੜੀ ਵੀ ਟਾਈਪੋਗ੍ਰਾਫੀ ਲਈ ਫੌਂਟ ਇਸਤੇਮਾਲ ਕਰ ਰਹੇ ਨੇ। ਦਿੱਲੀ ਨਾ ਬਹੁਤ ਸਾਰੀਆਂ ਐਸੀਆਂ ਪ੍ਰਿੰਟਿੰਗ ਪ੍ਰੈਸਿਸ ਹੈਗੀਆਂ ਜਿਨ੍ਹਾਂ ਕੋਲ ਫਰੈਸ਼ ਫੌਂਟ ਆਉਂਦੇ ਸੀਗੇ, ਉਹ ਅਸੈਂਬਲ ਕਰਕੇ ਤੁਹਾਡੀ ਰਿਕੁਆਇਰਮੈਂਟ ਦੇ ਮੁਤਾਬਿਕ ਫੌਂਟ ਸਾਈਜ਼ ਦਾ, ਇਹਦਾ ਕਿੰਨਾ ਉੱਚਾ ਲੰਬਾ ਚੌੜਾ ਹੋਣਾ ਚਾਹੀਦਾ, ਉਹ ਪੂਰਾ ਸਲੋਗਨ ਤੁਹਾਨੂੰ ਪ੍ਰਿੰਟ ਕਰਕੇ ਦੇ ਦਿੰਦੇ ਸੀ, ਤੁਸੀਂ ਆਪਣੇ ਲੇਆਊਟ 'ਤੇ ਲਗਾ ਦਿੰਦੇ ਸੀ। ਉਹ ਸਿਰਫ ਕਿਉਂਕਿ ਦਿੱਲੀ ਦਾ ਬੰਦਾ ਸੀ ਤਾਂ ਮੈਨੂੰ ਪਤਾ ਸੀ, ਬੜੇ ਜਿਹੜੇ ਪੰਜਾਬ 'ਚੋਂ ਪਿੰਡਾਂ 'ਚੋਂ ਐਸੇ ਉਹਨੂੰ ਚੀਜ਼ਾਂ ਨਹੀਂ ਸੀ ਪਤਾ। ਤਾਂ ਇੱਕ ਵਾਰੀ ਕਹਿੰਦਾ ਯਾਰ ਤੂੰ ਕੰਮ ਕਰਿਆ ਕਰ, ਤੇਰੇ ਭੁੱਖਾ ਮਰੇਗਾ। ਤਾਂ ਮੈਂ ਕਿਹਾ ਯਾਰ ਤੁਸੀਂ ਬਸ ਰਹੋ ਆਪਣਾ। ਤਾਂ ਟੀਚਰ ਨੂੰ ਵੀ ਸ਼ਿਕਾਇਤ ਹੋਈ, ਮੇਰੀ ਦੋਸਤਾਂ ਨੇ ਕੀਤੀ, ਫਿਰ ਸਾਰੇ ਨੂੰ ਸਮਝਾਓ। ਕਹਿੰਦੇ ਯਾਰ ਉਹਦਾ ਅਸਲ 'ਚ ਉਹਦੀ ਜਿਹੜੀ ਰੇਂਜ ਹੈ ਨਾ ਉਹ ਡਿਫਰੈਂਟ ਹੈਗੀ ਹੈ, ਉਹਨੂੰ ਪਤਾ ਪਿਆ ਉਹਨੇ ਕੀ ਕਰਨਾ। ਚੰਨੀ ਇਜ਼ ਵੈਰੀ ਕਲੀਅਰ
ਜੀ ਐਂਡ ਉਹ ਉਸ ਦੇ ਨਾਲ ਹੌਸਲਾ ਮਿਲਦਾ। ਫਿਰ ਮੈਂ ਆਪਣੇ ਟੀਚਰ ਦੇ ਨਾਲ ਵੱਖਰਾ ਵੱਖਰਾ ਮੀਡੀਅਮ ਡਿਸਕਸ ਕਰਦਾ ਹੁੰਦਾ ਸੀਗਾ ਮੈਂ, ਜੀ ਜੀ ਕਿਉਂਕਿ ਉਹ ਬਹੁਤ ਅੱਛੇ ਲਾਹੌਰ ਦੇ ਵਿੱਚ ਨਾ ਉਹ ਸਕੂਲ ਤੋਂ ਪੜ੍ਹੇ ਸੀਗੇ, ਜੀ ਤਾਂ ਉਹਨੂੰ ਗ੍ਰਾਫਿਕਸ ਦਾ ਜਿਹੜਾ ਬਲੈਕ ਐਂਡ ਵਾਈਟ ਦਾ ਬਲੌਕ ਮੇਕਿੰਗ ਦਾ ਕੰਮ ਸੀਗਾ ਉਹਨਾਂ ਦਾ ਬਹੁਤ ਪਰਫੈਕਟ ਹੁੰਦਾ ਸੀਗਾ। ਅਤੇ ਇੱਕ ਵਾਰੀ ਪੁਰਾਣੇ ਕਾਗਜ਼ ਕੱਢੇ ਤਾਂ ਜਿਹੜਾ ਬੋਰਡ ਨਿਕਲਿਆ, ਕਹਿੰਦੇ ਸਕ੍ਰੈਪ ਬੋਰਡ ਹੈ। ਹੁਣ ਸਾਨੂੰ ਸਕ੍ਰੈਪ ਬੋਰਡ ਦਾ ਪਤਾ ਹੀ ਨਹੀਂ ਸੀਗਾ, ਦੈਟ ਇਜ਼ ਦਾ ਫਸਟ ਟਾਈਮ ਇਹ ਹੋਇਆ ਸੀਗਾ। ਅਤੇ ਉਹ ਸਕ੍ਰੈਪ ਬੋਰਡ ਫਿਰ ਦੱਸਿਆ ਕਿ ਉਹ ਇੱਕ ਜਿੱਦਾਂ ਨਾਈਆਂ ਦਾ ਨੇਲਾ ਹੁੰਦਾ ਸੀ ਨਾ, ਨਾਖੂਨ ਕੱਟਣ ਵਾਲਾ, ਜੀ ਉਸ ਦੇ ਨਾਲ ਉਹ ਕਟਿੰਗ ਕਰਕੇ ਨਾ ਫਿਰ ਪ੍ਰਿੰਟ ਕਰਦੇ ਸੀਗੇ। ਜੀ ਉਹਨੂੰ ਫਿਰ ਅਸੀਂ ਗ੍ਰਾਫਿਕਲ ਲਿਨੋਨੀਅਮ 'ਤੇ ਵੀ ਪੇਂਟ ਕੀਤਾ ਗਿਆ ਸੀ। ਮੈਂ ਇੱਕ ਹੋਰ ਬੜੀ ਇੰਟਰਸਟਿੰਗ ਗੱਲ ਦੱਸਾਂ, ਮੈਂ ਵੱਖਰੀ ਵੱਖਰੀ ਚੀਜ਼ ਦੱਸਿਆ ਪਈ ਮੈਨੂੰ ਜੋ ਮੇਰਾ ਐਕਸਪੀਰੀਅੰਸ ਹੈ। ਜੀ ਮੈਂ ਸ਼ਾਇਦ 3rd ਈਅਰ 'ਚ ਜਾਂ 4th ਈਅਰ 'ਤੇ ਸੀਗਾ, ਅਤੇ ਇੱਕ ਪੋਸਟਰ ਲੱਗਿਆ ਸਾਡੇ ਪਈ ਸਟੋਨ ਰਬਿੰਗਸ ਦੀ ਐਗਜ਼ੀਬਿਸ਼ਨ ਹੈ, ਰਸ਼ੀਆ ਸਟੋਨ ਰਬਿੰਗਸ ਦੀ। ਜੀ ਅਤੇ ਮੈਂ ਕਿਹਾ ਸਰ ਮੈਂ ਸਟੋਨ ਰਬਿੰਗ ਕੀ ਚੀਜ਼ ਹੁੰਦੀ ਹੈ? ਕਹਿੰਦੇ ਤੁਹਾਨੂੰ ਪਤਾ ਹੈ, ਤੂੰ ਛੋਟੇ ਦੇ ਕੀਤੀ ਹੈ। ਮੈਂ ਨਹੀਂ, ਕਦੇ ਨਹੀਂ ਕੀਤੀ। ਕਹਿੰਦੇ ਸਿੱਕਾ ਹੈ ਜੇਬ 'ਚ? ਮੈਂ ਸਿੱਕਾ ਕੱਢਿਆ, ਰੱਖਿਆ, ਕਾਗਜ਼ ਦੇ ਉੱਤੇ ਰੱਖਿਆ, ਪੈਨਸਲ ਮਾਰੀ, ਜੀ ਉਹ ਜਿਹੜਾ ਇੰਪ੍ਰੈਸ਼ਨ ਆਇਆ ਉਹ ਰਬਿੰਗ ਦੇ ਨਾਲ ਆਇਆ। ਤਾਂ ਉਹ ਸਟੋਨ ਸੀਗਾ ਵੀ ਜਿਹੜੇ ਵੀ ਰਿਲੀਫ ਵਰਕ ਹੁੰਦਾ, ਜਿੱਦਾਂ ਇੱਕ ਹੁੰਦਾ ਵੀ ਮੂਰਤੀਆਂ ਉਭਰੀਆਂ ਹੁੰਦੀਆਂ ਨੇ, ਇੱਕ ਹੁੰਦਾ ਵੀ ਸਿਰਫ ਗ੍ਰਾਫਿਕ ਲਾਈਨਸ ਦੇ ਵਿੱਚ ਨਾ ਉਹਨੂੰ ਗਹਿਰਾਈ 'ਚ ਰੱਖਿਆ ਜਾਂਦਾ, ਚੀਜ਼ਲਿੰਗ ਕਰਕੇ ਨਾ, ਉਹਨੂੰ ਸਟੋਨ ਰਬਿੰਗ, ਸਟੋਨ ਦੇ ਇਨਲੇ ਵਰਕ ਕਹਿੰਦੇ ਨੇ। ਜਿਸ ਵੇਲੇ ਅਸੀਂ ਕਾਗਜ਼ ਦੇ ਉੱਤੇ ਰੱਖ ਕੇ ਇੰਪ੍ਰੈਸ਼ਨ ਮਾਰਦੇ ਹਾਂ, ਉਹਦਾ ਜਿਹੜਾ ਪ੍ਰਿੰਟ ਨਿਕਲਦਾ, ਦੈਟ ਇਜ਼ ਸਟੋਨ ਰਬਿੰਗ। ਅਸੀਂ ਐਜੂਕੇਸ਼ਨ ਟੂਰ 'ਤੇ ਗਏ, ਫਤਿਹਪੁਰ ਸੀਕਰੀ, ਖਜੂਰਾਹੋ ਟੈਂਪਲ ਹੋਤਾ, ਅਤੇ ਉੱਥੇ ਉਹ ਰਿਲੀਫ ਵਰਕ ਦੇਖਿਆ ਪ੍ਰੋਫੈਸਰ ਨੇ, ਤਾਂ ਮੈਨੂੰ ਕਹਿੰਦਾ ਚਲੋ ਰਿਹਾ ਉਹ ਤੇਰੀ ਸਟੋਨ ਰਬਿੰਗ ਵਾਲੀ ਚੀਜ਼, ਇੱਥੇ ਤੂੰ ਸਟੋਨ ਰਬਿੰਗਸ ਕਰ ਸਕਦਾ। ਹੁਣ ਕੋਈ ਚੀਜ਼ ਸਾਡੇ ਕੋਲ ਨਹੀਂ ਸੀ, ਪਰ ਫਿਰ ਵੀ ਅਸੀਂ ਟਾਈਪਿੰਗ ਵਾਲਾ ਜਿਹੜਾ ਪੇਪਰ ਹੁੰਦਾ ਨਾ, ਡਬਲ ਸ਼ੀਟ ਲੈ ਕੇ, ਉਹ ਲੈ ਕੇ ਉਸਨੂੰ ਬਣਾਉਣ ਦੀ ਕੋਸ਼ਿਸ਼ ਕੀਤੀ। ਪਰ ਫਿਰ ਸਾਨੂੰ ਬਾਅਦ ਵਿੱਚ ਮੇਰੇ ਨਾਲ ਇੱਕ ਮੇਰੇ ਦੋਸਤ ਸੀ ਕਲਰ, ਬਾਅਦ ਵਿੱਚ ਫੌਜ ਚਲੇ ਗਏ ਸੀ, ਉਹ ਕਲਰ ਰਿਟਾਇਰ ਹੋਏ ਨੇ, ਇਸ ਕਰਕੇ ਮੁਝੇ ਕਲਰ ਦਰਸ਼ਨ। ਫਿਰ ਅਸੀਂ ਕੀਤਾ ਵੀ ਪਿੱਛੇ ਕੱਪੜੇ ਦੇ ਨਾਲ ਪਾਣੀ ਲਗਾਇਆ, ਉਹਦੇ ਉੱਤੇ ਸਟੋਨ 'ਤੇ ਰੱਖਿਆ, ਉਹ ਚਿਪਕ ਗਿਆ। ਫਿਰ ਉਹ ਰਬਿੰਗ ਕੀਤੀ, ਰਬਿੰਗ ਦੀ ਪੈਨਸਲ ਨਾਲ ਸਿੱਧੀ ਨਹੀਂ ਕੀਤੀ, ਗੌਜ਼ ਬਣਾ ਕੇ ਫਿਰ ਠੀਪੀ ਦੇ ਉੱਤੇ ਕਰਕੇ ਘਸਾ ਕੇ ਤਾਂ ਪਾਊਡਰ ਦੇ ਨਾਲ ਕੀਤੀ। ਸੋ ਉਹ ਮੇਰੇ ਕੋਲ ਚੰਗੀ ਕਲੈਕਸ਼ਨ ਹੋ ਗਈ ਇੱਕ। ਅਤੇ ਮੈਂ ਫਿਰ ਉਹਦੀ ਚੰਡੀਗੜ੍ਹ ਐਗਜ਼ੀਬਿਸ਼ਨ ਕੀਤੀ, ਐਂਡ ਉਹ ਇੱਕੋ ਹੀ ਸਟੋਨ ਰਬਿੰਗ ਦੀ ਐਗਜ਼ੀਬਿਸ਼ਨ ਲੱਗੀ ਆਰਟ ਕਾਲਜ। ਉਸ ਤੋਂ ਬਾਅਦ ਕਿਸੇ ਨੇ ਉਸ 'ਤੇ ਕੰਮ ਨਹੀਂ ਕੀਤਾ, ਅਤੇ ਸ਼ਾਇਦ ਡਿਸਕਸ ਨਹੀਂ ਹੋਇਆ ਇਹ ਇਸ ਤਰ੍ਹਾਂ ਦੀ ਅਪਰਚੁਨਿਟੀ, ਕਿਉਂਕਿ ਜ਼ਹਿਨ 'ਚ ਨਾ ਬਹੁਤ ਜ਼ਿਆਦਾ ਕੁਛ ਸੀਗਾ। ਮੈਨੂੰ ਇੰਟੀਰੀਅਰ ਡੈਕੋਰੇਸ਼ਨ ਦਾ ਬਹੁਤ ਸੀਗਾ ਵੀ ਇੰਟੀਰੀਅਰ ਡੈਕੋਰੇਸ਼ਨ 'ਚ ਕੀ ਕੁਛ ਹੁੰਦਾ। ਸੋ ਵੱਖਰੇ ਵੱਖਰੇ ਮੀਡੀਅਮ ਦੇ ਵਿੱਚ ਮੈਂ ਹੱਥ ਪੈਰ ਮਾਰਦਾ ਹੁੰਦਾ ਸੀਗਾ। ਸਾਡੇ ਵਰਕਸ਼ਾਪ ਸੀ, ਉਹਦੀ ਕਾਰਪੈਂਟਰੀ ਸ਼ਾਪ ਸੀਗੀ, ਜਿਊਲਰੀ ਸ਼ਾਪ ਸੀਗੀ, ਉੱਥੇ ਜਾ ਕੇ ਰੰਦਾ ਮਾਰਨਾ ਪੈਣਾ, ਕਦੇ ਚੀਜ਼ਲਿੰਗ ਕਰਨਾ ਪੈਣਾ। ਸੋ ਹਰ ਥਾਂ 'ਤੇ ਹੱਥ ਮਾਰੇ। ਅਤੇ ਮੈਨੂੰ ਹੁਣ ਕਹਿੰਦੇ ਹੁੰਦੇ ਯਾਰ ਤੂੰ ਕੀ ਕਰ ਸਕਦਾ ਹੈ? ਮੈਂ ਜੀ ਕੀ ਕਰ ਸਕਦਾ, ਤੂੰ ਕਿਹੜੀ ਚੀਜ਼ ਸਪੈਸ਼ਲਾਈਜ਼ ਕੀਤਾ? ਮੈਂ ਕਿਹਾ ਮੈਂ ਸਭ ਚੀਜ਼ਾਂ ਸਪੈਸ਼ਲਾਈਜ਼ ਕੀਤਾ। ਲੈ ਬੰਦਾ ਸਾਰੀ ਚੀਜ਼ਾਂ ਸਪੈਸ਼ਲਾਈਜ਼ ਥੋੜ੍ਹੀ ਹੁੰਦਾ। ਮੈਂ ਕਿਹਾ ਜਿਹੜਾ ਬੰਦਾ ਡਿਜ਼ਾਈਨ 'ਤੇ ਸਪੈਸ਼ਲਿਸਟ ਹੈ ਨਾ, ਸਪੈਸ਼ਲਾਈਜ਼ ਕੀਤਾ, ਉਹ ਦੁਨੀਆ ਦੀ ਹਰ ਚੀਜ਼ ਕਰ ਸਕਦਾ ਹੈ। ਅਤੇ ਸਾਡੇ ਇੱਕ ਸੱਜਣ ਬਜ਼ੁਰਗ ਹਨ, ਉਹ ਕਹਿੰਦੇ ਚੰਨੀ ਨੂੰ ਦੁਨੀਆ ਦੀ ਕੋਈ ਚੀਜ਼ ਕੋ ਬਣਾ ਦੇਗਾ। ਤਾਂ ਇੱਕ ਬੰਦਾ ਕਹਿੰਦਾ ਲੈ ਹਵਾਈ ਜਹਾਜ਼ ਥੋੜ੍ਹੀ ਬਣਾ ਦੇਗਾ। ਮੈਂ ਕਿਹਾ ਬਣਾ ਦਿਆਂਗਾ, ਇੰਜਨ ਨਹੀਂ ਹੋਏਗਾ ਵਿੱਚ, ਪਰ ਉਹ ਸ਼ੈਲ ਜਿਹੜਾ ਮੈਂ ਇਹਦਾ ਬਣਾ ਦਿਆਂਗਾ ਫਾਈਬਰ ਦਾ। ਸੋ ਲਾਈਕ ਦਿਸ ਸਰ ਉਹੀ ਗੱਲ ਕਰਨ ਲੱਗੇ ਸੀਗੇ। ਇੱਕ ਪੰਜਾਬ ਦੇ ਵਿੱਚ ਸਰ ਨੇ ਆਪਣੇ ਕਲਾ ਦੇ ਜ਼ੋਹਰ ਦਿਖਾਏ ਨੇ। ਪੰਜਾਬ ਤੋਂ ਇਲਾਵਾ ਜੈਪੁਰ, ਆਸਟ੍ਰੇਲੀਆ, ਸਾਰੇ ਪਾਸੇ ਸਰ ਨੇ ਕੰਮ ਕੀਤਾ ਹੈ। ਤੇ ਉਹਦੀ ਇੱਕ ਜਿਹੜੀ ਮਿਸਾਲ ਹੈ ਪੰਜਾਬ ਦੇ ਵਿੱਚ, ਜਲੰਧਰ ਦੇ ਵਿੱਚ, ਹਵੇਲੀ ਦੇ ਵਿੱਚ ਵੀ ਸਰ ਨੇ ਬਹੁਤ ਕੰਮ ਕੀਤਾ, ਜੈਪੁਰ ਦੇ ਵਿੱਚ ਵੀ ਕੀਤਾ। ਬੇਸਿਕ ਕਨਸੈਪਟ ਮੇਰਾ ਸੀਗਾ ਹਵੇਲੀ ਦਾ, ਸਾਡੇ ਬਹੁਤ ਡਿਸਕਸ ਹੁੰਦਾ ਸੀਗਾ, ਹਮੇਸ਼ਾ ਸੀਗਾ ਅਸੀਂ ਪਿੰਡ ਵਸਾਉਣਾ ਜੀ। ਤਾਂ ਉਹ ਚੇਂਜ ਹੁੰਦਾ ਫਿਰ ਜੋ ਚੀਜ਼ ਦੇਖੀ ਗਈ, ਸੋ ਉੱਦਾਂ ਦਾ ਫਿਰ ਕੰਮ ਬਾਹਰ ਮਿਲਦਾ ਗਿਆ ਜੀ। ਇਸ ਤਰ੍ਹਾਂ ਪਰ ਹਵੇਲੀ ਦੇ ਵਿੱਚ ਜਿੱਦਾਂ ਤੁਸੀਂ ਡਿਜ਼ਾਈਨ ਕੀਤਾ, ਉਹ ਸਾਰਾ ਸੱਭਿਆਚਾਰ ਨੂੰ ਤੁਸੀਂ ਸ਼ੁਰੂ ਤੋਂ ਪ੍ਰਮੋਟ ਕੀਤਾ ਹੈ, ਵਿਰਸਾ ਸੰਭਾਲ ਕੇ ਰੱਖਿਆ। ਮੈਂ ਇਹ ਗੱਲ ਪੁੱਛਣ ਲੱਗਾ ਸੀਗਾ ਕਿ ਤੁਹਾਡੇ ਸਰ ਕੰਮ ਦੇ ਵਿੱਚ ਹਮੇਸ਼ਾ ਸੱਭਿਆਚਾਰ ਦੀ ਮਹਿਕ ਆਈ ਹੈ। ਸੱਭਿਆਚਾਰ ਨੂੰ ਹੀ ਕਿਉਂ ਤੁਸੀਂ ਹਰ ਪਾਸੇ ਦਿਖਾਇਆ ਗਿਆ? ਮੈਂ ਆਪਣੇ ਪਰਿਵਾਰ ਦੇ ਵਿੱਚ ਨਾ ਜੀ ਸਭ ਤੋਂ ਛੋਟਾ ਹੈਗਾ ਸੀ ਜੀ, ਅਤੇ ਮੈਂ ਹੀ ਇੱਕ ਐਸਾ ਬੰਦਾ ਜਿਹੜਾ ਪਿੰਡ ਜਾਵੇ ਪੈਦਾ ਹੋਇਆ ਸੀ ਜੀ। ਬਾਕੀ ਸਾਰੇ ਟੱਬਰ ਜਿਹੜੇ ਭਰਾ ਵੱਡੇ ਜਾਂ ਸਿਸਟਰ ਹੈਗੇ ਸੀ, ਪਿਤਾ ਜੀ ਦੀ ਪੋਸਟਿੰਗ ਜਿੱਥੇ ਜਿੱਥੇ ਹੁੰਦੇ ਸੀ ਉੱਥੇ ਉੱਥੇ ਮਾਡਲ ਹੈਗੇ ਸੀ ਉਹ। ਪਰ ਮੇਰਾ ਜਿਹੜਾ ਸੀਗਾ ਰੁਝਾਨ, ਪਤਾ ਨਹੀਂ ਕਿਉਂ, ਇਹ ਕੁਛ ਰੂਹਾਨੀ ਗੱਲ ਹੈ, ਰੱਬ ਦੀ ਕਿਰਪਾ ਹੈਗੀ ਹੈ। ਮੈਂ ਸਮਰ ਵੈਕੇਸ਼ਨ ਦੇ 2 ਮਹੀਨੇ ਦੀ ਛੁੱਟੀਆਂ ਜਦੋਂ ਪਿੰਡ ਆਉਂਦੇ ਸੀਗੇ, ਅਤੇ ਮੈਂ ਆਪਣੇ ਕਜ਼ਨ ਨਾਲ ਖੇਤਾਂ 'ਚ ਚਲ ਜਾਣਾ, ਉਹਨਾਂ ਦੇ ਘਰ 'ਚ ਪੁਰਾਣੇ ਸੰਦੂਕ ਦੇਖਦੇ ਰਹਿਣਾ। ਸਾਡੇ ਆਪਣੇ ਘਰ 'ਚ ਵੀ ਬਹੁਤ ਚੀਜ਼ਾਂ ਸੀਗੀਆਂ। ਸਾਡੇ ਘਰ 'ਚ ਇੱਕ
ਕਮਰਾ ਹੈਗਾ ਸੀ ਜਿਹਦੇ ਟੂਲ ਰੂਮ ਜਿਹੜਾ ਹੈਗਾ ਸੀ ਉਸ ਵਿੱਚ ਵੱਖਰੇ ਵੱਖਰੇ ਤਰ੍ਹਾਂ ਦੇ ਔਜ਼ਾਰ ਹੁੰਦੇ ਸੀ। ਆਈ ਬਿਲੋਂਗ ਟੂ ਰਾਮਗੜੀਆ ਫੈਮਿਲੀ ਜੀ। ਜਦੋਂ ਘਰ ਬਣਾਇਆ 1936 'ਚ ਮਾਤਾ ਜੀ ਨੇ ਤੇ ਪਿਤਾ ਜੀ ਨੇ, ਤਾਂ ਪਿਤਾ ਜੀ ਸ਼ਾਇਦ ਪਿਸ਼ੌਰ ਤੋਂ ਨਾ ਉਹ ਜਿਹੜੇ ਡਿਜ਼ਾਈਨ ਤੇ ਟੂਲਸ ਲੈ ਕੇ ਆਏ ਸੀਗੇ। ਐਂਡ ਉਹ ਜਿਹੜਾ ਸਟੋਰ ਸੀ ਉੱਥੇ ਕਮਰਾ 'ਚ ਨਾ ਗੋਲ ਜਿੰਦਾ ਲੱਗਿਆ ਸੀਗਾ। ਉਸ ਕਮਰੇ ਦਾ ਨਾਂ ਹੀ ਗੋਲ ਜਿੰਦੇ ਵਾਲਾ ਕਮਰਾ ਸੀਗਾ। ਸੋ ਉਹ ਜਿਹੜੇ ਔਜ਼ਾਰ ਸਾਡੇ ਘਰ 1966 ਤੱਕ ਰਹੇ, ਕੰਮ ਤਾਂ ਕੋਈ ਨਹੀਂ ਸੀ ਕਰਦਾ ਹੁੰਦਾ। ਤਾਂ ਜਦੋਂ ਫਿਰ ਪਿੰਡ ਦੇ ਜਿਹੜੇ ਸੱਜਣ ਕੰਮ ਕਰਦੇ ਸਾਡੇ ਵਿਹੜੇ 'ਚੋਂ ਜਿਹਨੂੰ ਕਹਿ ਸਕਦੇ ਆ ਦੂਜੇ ਫੈਮਿਲੀ ਦੇ ਵਿੱਚੋਂ, ਅਤੇ ਕਹਿੰਦੇ ਚਾਚਾ ਜੀ ਪਹਿਲੇ ਦੇ ਦਿੱਤਾ ਜਾਂਦਾ ਤਾਂ ਅਸੀਂ ਬਹੁਤ ਸਾਰਾ ਕੰਮ ਕਰਦੇ। ਕਹਿੰਦੇ ਪੁੱਤਰ ਗੱਲ ਇਹ ਹੈ ਵੀ ਜੇ ਮੈਂ ਪਹਿਲੇ ਔਜ਼ਾਰ ਤੁਹਾਨੂੰ ਦੇ ਦਿੰਦਾ ਤਾਂ ਜਿਹੜੇ ਮੇਰੇ ਘਰ 'ਚ 36 ਸਾਲ ਦੇ ਵੀ ਜੀ ਇਹੋ ਜਿਹਾ ਡਿਜ਼ਾਈਨ ਕਿਤੇ ਨਹੀਂ ਬਣਿਆ ਤਾਂ ਸਾਰੇ ਘਰਾਂ 'ਚ ਹੋਣਾ ਸੀਗਾ। ਸੋ ਇਨਫੈਕਟ ਸਾਡੇ ਜਿੰਨੇ ਕਜ਼ਨ ਫਸਟ ਕਜ਼ਨ ਜਿੰਨੇ ਵੀ ਆ ਸਾਰੇ ਵੈਲ ਕੁਆਲੀਫਾਈਡ ਅਤੇ ਵਾਈਟ ਕਾਲਰ ਜੋਬ ਕਰਨ ਵਾਲੇ ਬੰਦੇ ਨੇ, ਸੀਨੀਅਰ ਆਫਿਸਰ ਰਿਟਾਇਰ ਹੋਏ ਨੇ। ਮੇਰੇ ਖਿਆਲ ਹੈ ਕਿ ਸਭ ਤੋਂ ਜੂਨੀਅਰ ਮੈਂ ਹੈਗਾ, ਅਦਰਵਾਈਜ਼ ਸਾਡੇ ਸਾਰੇ ਟੌਪ ਰੈਂਕਿੰਗ 'ਤੇ ਰਿਟਾਇਰ ਹੋਏ ਨੇ। ਬ੍ਰਦਰ ਮੇਰੇ ਪ੍ਰੋਫੈਸਰ ਰਿਟਾਇਰ ਹੋਏ ਨੇ, ਉਹ ਹੌਪਕਿੰਸ ਬਾਲਟੀਮੋਰ ਵੀ ਪੜ੍ਹਾਇਆ ਉਹਨਾਂ ਨੇ, ਦੰਤਾਲੇ ਯੂਨੀਵਰਸਿਟੀ ਵੀ ਪੜ੍ਹਾਇਆ। ਭਾਜੀ ਮੇਰੇ ਡਾਕਟਰ ਸੀਗੇ ਜੀ। ਦੂਜਾ ਬ੍ਰਦਰ ਮੇਰੇ ਫੋਟੋ ਜਰਨਲਿਸਟ ਸੀਗੇ, ਉਹਨਾਂ ਦੀ ਵਾਈਫ ਆਕਸਫੋਰਡ ਪੜ੍ਹੀ ਆ, ਉਹ ਸ਼ੀ ਵਾਜ਼ ਇੰਟਰਪ੍ਰੀਟਰ, ਉਹ ਜਰਮਨ ਹੈਗੀ ਬਾਈ ਬਰਥ। ਸੋ ਇਹ ਸਾਡਾ ਸਾਰਾ ਘਰ ਦਾ ਨਾ ਮਾਹੌਲ ਜਿਹੜਾ ਸੀ ਬੜਾ ਖੁਸ਼ ਰਿਹਾ। ਇਹ ਇੱਕ ਜਿਹੜਾ ਤਾਲਮੇਲ ਚੰਗਾ ਰਿਹਾ ਸਾਡਾ। ਜੀ ਸਰ, ਗੱਲਾਂ ਬਾਤਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ। ਇੱਥੇ ਰੁਕਾਂਗੇ ਇੱਕ ਛੋਟੀ ਜਿਹੀ ਬ੍ਰੇਕ ਵਾਸਤੇ। ਬ੍ਰੇਕ ਤੋਂ ਬਾਅਦ ਫਿਰ ਤੋਂ ਹਾਜ਼ਰ ਹੁੰਦੇ ਹਾਂ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲ ਪੰਜਾਬ ਦੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਗੱਲ ਪੰਜਾਬ ਦੀ। ਤੇ ਅੱਜ ਸਾਡੇ ਨਾਲ ਸਾਡੇ ਸਟੂਡੀਓ ਵਿੱਚ ਮਹਿਮਾਨ ਜੁੜੇ ਹੋਏ ਨੇ ਚੰਨੀ ਟਕੂਲੀਆ ਜੀ। ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਤੇ ਉਹਨਾਂ ਦੀ ਲਾਈਫ ਦੇ ਬਾਰੇ ਅਸੀਂ ਜ਼ਿਕਰ ਕਰ ਰਹੇ ਹਾਂ। ਤੇ ਸਰ ਹੁਣ ਅਸੀਂ ਵੱਧਦੇ ਹਾਂ ਥੋੜਾ ਜਿਹਾ ਅੱਗੇ ਇੱਕ ਮਨੋਰੰਜਨ ਵਾਲੇ ਮਾਹੌਲ ਦੇ ਵੱਲ। ਮੇਰਾ ਤਾਂ ਭੰਗੜਾ ਪਾਉਣ ਨੂੰ ਦਿਲ ਕਰਦਾ। ਬਸ ਮੈਂ ਉਹੀ ਗੱਲ ਕਰਨ ਲੱਗੀ ਸੀਗੀ, ਕਿਉਂਕਿ ਸਰ ਨੇ ਤਾਂ ਭੰਗੜਾ ਪਾਇਆ ਇੰਨੇ ਸਾਲ ਤੇ ਸਰ ਦਾ ਐਕਸਪੀਰੀਅੰਸ ਬਹੁਤ ਰਿਹਾ ਹੈ। ਤੇ ਆਪਾਂ ਉਹਦੇ ਬਾਰੇ ਗੱਲ ਕਰਦੇ ਹਾਂ ਕਿ ਜਦੋਂ ਤੁਸੀਂ ਭੰਗੜਾ ਸ਼ੁਰੂ ਕੀਤਾ ਸੀਗਾ ਤੇ ਉਦੋਂ ਫਾਈਨ ਆਰਟਸ ਨਾਲ ਨਾਲ ਚੱਲ ਰਿਹਾ ਸੀ ਜਾਂ ਫਿਰ ਭੰਗੜਾ ਪਹਿਲਾਂ ਸ਼ੁਰੂ ਕੀਤਾ ਤੇ ਫਾਈਨ ਆਰਟਸ ਬਾਅਦ ਚ? ਫਾਈਨ ਆਰਟਸ ਨਹੀਂ ਸੀ, ਉਦੋਂ ਮੈਂ ਡਰਾਇੰਗ ਕਰਦਾ ਹੁੰਦਾ ਸੀ। ਅੱਛਾ ਜੀ, ਸਕੂਲ ਸੀਗਾ ਨਾ ਮੈਂ ਜੀ। ਇਹ 60-61 ਦੀ ਗੱਲ ਹੈ। ਸਾਤੋਂ ਸੀਨੀਅਰ ਗਰੁੱਪ ਦੇ ਜਿਹੜੇ ਲੜਕੇ ਸੀਗੇ ਉਹ ਰਿਹਰਸਲ ਕਰਦੇ ਸੀ। ਸਾਡੇ ਘਰ ਦੇ ਨਜ਼ਦੀਕ ਨਾ ਇੱਕ ਬਹੁਤ ਵੱਡਾ ਗਰਾਊਂਡ ਸੀਗਾ, ਉਹ ਜਿਸ ਪਾਸੇ ਜੇ ਸ਼ਾਮ ਜੇ ਆ ਕੇ ਨਾ ਉੱਥੇ ਨਜ਼ਦੀਕ ਸਵੇਰੇ ਅਸੀਂ ਵੀ ਚਲ ਜਾਂਦੇ ਸੀਗੇ ਤਾਂ ਚੰਗਾ ਲੱਗਦਾ ਸੀਗਾ ਜੀ। ਅਤੇ ਮਿਊਜ਼ਿਕ ਦਾ ਤਾਂ ਸਾਡੇ ਘਰ ਚੰਗਾ ਬੋਲਬਾਲਾ ਰਿਹਾ। ਮੇਰੇ ਪਿਤਾ ਜੀ ਮਿਊਜ਼ਿਕ ਲਵਰ ਸੀਗੇ ਜੀ। ਸਾਡੇ ਕੋਲ ਮੇਰੇ ਕੋਲ ਹਾਲੇ ਵੀ ਗ੍ਰਾਮੋਫੋਨ ਹੈਗਾ ਜਿਹੜਾ ਮੇਰੇ ਜਨਮ ਤੋਂ ਕੁਛ 6-7 ਸਾਲ ਪਹਿਲੇ ਦਾ ਹੈ। ਅੱਛਾ। ਵਾਹ। ਮੈਂ 76 ਸਾਲ ਦਾ ਹੋ ਗਿਆ ਜੀ, ਮੇਰਾ 45 ਬਰਥ ਹੈ। ਸੋ 6 ਸਾਲ ਦੀ ਉਹਦੀ ਉਮਰ ਹੈਗੀ ਹੈ। ਪਿਤਾ ਜੀ ਜਦੋਂ ਨਵੇਂ ਰਿਕਾਰਡਸ ਮਿਲਦੇ ਸੀਗੇ ਉਦੋਂ ਉਹ ਤਵੇ ਕਹਿੰਦੇ ਸੀ, ਲਾਖਦੇ ਸੀ ਨਾ, ਛੋਟੇ ਪੱਥਰ ਦੇ ਹੁੰਦੇ ਸੀ। ਹਾਂ, ਲਾਖਦੇ ਹੁੰਦੇ ਸੀਗੇ ਤਾਂ ਗਰਦਾ ਸਰ ਟੁੱਟ ਜਾਂਦਾ ਸੀ। ਸੋ ਉਹ ਪਿਤਾ ਜੀ ਦੇ ਕਰਕੇ ਫਿਰ ਬ੍ਰਦਰ ਮੇਰੇ ਜਿਹੜੇ ਪ੍ਰੋਫੈਸਰ ਰਿਟਾਇਰ ਹੋਏ ਉਹ ਬੈਂਜੋ 'ਚ ਬਹੁਤ ਐਕਸਪਰਟ ਸੀਗੇ ਅਤੇ ਦੂਸਰੇ ਭਾਈ ਸਾਹਿਬ ਤਬਲਾ ਬਹੁਤ ਛਪ ਜਾਂਦੇ ਸੀ। ਸੋ ਸਾਡੇ ਘਰ 'ਚ ਇੱਕ ਬੜੀ ਅੱਛੀ ਤਾਲਮੇਲ ਹੈਗੀ ਸੀਗੀ। ਜਦੋਂ ਦੋਨਾਂ ਤਿੰਨਾਂ ਨੇ ਬੈਠ ਜਾਣਾ ਅਤੇ ਫਿਰ ਪਿਤਾ ਜੀ ਨੇ ਸਾਡੇ ਸਾਹਮਣੇ ਤਾਂ ਗਾਣਾ ਨਹੀਂ ਗਾਇਆ, ਮੇਰੇ ਸਾਹਮਣੇ ਤਾਂ ਕਦੀ, ਸ਼ਾਇਦ ਪਹਿਲੇ ਸ਼ਬਦ ਵਗੈਰਾ ਗਾਉਂਦੇ ਸੀਗੇ ਅਤੇ ਪਿਤਾ ਜੀ ਨੇ ਕਿਸੇ ਵੇਲੇ ਹਾਰਮੋਨੀਅਮ ਦੇਖ ਲੈਣਾ ਤਾਂ ਦੂਜੇ ਨੇ ਬੈਂਚ ਉੱਤੇ ਤਬਲਾ 'ਤੇ। ਸੋ ਘਰ ਦਾ ਮਾਹੌਲ ਜਿਹੜਾ ਸੀ ਨਾ ਮਿਊਜ਼ਿਕ ਦਾ ਰਿਹਾ। ਤਾਂ ਇਸ ਕਰਕੇ ਉਹ ਜਿਹੜੇ ਇੱਕ ਟੁਣ ਹੁੰਦੀ ਹੈ ਨਾ ਉਹ ਭੰਗੜੇ ਦੇ ਢੋਲ 'ਤੇ ਖਿੱਚ ਕੇ ਲੈ ਗਈ। ਫਿਰ ਉਹਨਾਂ ਨੂੰ ਦੇਖਦੇ ਦੇਖਦੇ ਫਿਰ ਸ਼ੁਰੂਆਤ ਹੋ ਗਈ। ਮੈਨੂੰ ਯਾਦ ਹੈ ਕਿ ਇੱਕ ਵਾਰੀ ਢੋਲ ਵੱਜਿਆ ਤੇ ਮੈਂ ਘਰੋਂ ਹੀ ਦੁਗਣ ਸਰ ਉਹ ਤਾਂ ਮਾਹੌਲ ਅਸੀਂ ਦੇਖ ਨਹੀਂ ਸਕੇ ਜਦੋਂ ਕਮਰੇ ਸੀਗੇ, ਪਰ ਉਸ ਤੋਂ ਬਾਅਦ ਜਿਹੜਾ ਸਟੇਜ ਤੇ ਮਾਹੌਲ ਬਣਾਇਆ ਸੀ ਸਰ ਨੇ, ਮੈਂ ਦਰਸ਼ਕਾਂ ਨੂੰ ਉਹ ਦਿਖਾਉਣਾ ਚਾਹੂੰਗਾ। ਇੱਕ ਕਲਿੱਪ ਹੈ ਸਾਡੇ ਕੋਲ ਤੁਹਾਡੀ, ਸਭ ਤੋਂ ਪਹਿਲਾਂ ਉਹ ਦੇਖੀਏ। ਸ਼ੋਰ।
बहुत बहुत धन्यवाद जी, बहुत बहुत पास कर ਓ ਯਾ ਕੀ ਬਾਤਾਂ ਕੀ ਬਾਤਾਂ ਜੀ ਸਹੀ ਗੱਲ ਹੈ ਇਹ 2007 ਜਾਂ 8 ਦੀ ਹੈ ਇੱਥੇ ਜੀ। ਪਰ ਸਰ ਦੀ એનર્ਜੀ ਤਾਂ ਦੇਖੋ ਉਸ ਵੀਡੀਓ ਦੇ ਮੇਰੇ ਤੋਂ ਤਾਂ ਵਿੱਚ ਬੋਲ ਹੀ ਨਹੀਂ ਹੋ ਰਿਹਾ, ਮੈਂ ਕੀ ਬੋਲਾਂ। ਨਹੀਂ ਸਰ, ਇੰਨੀ એનર્ਜੀ ਕਿੱਥੋਂ ਲੈ ਕੇ ਆਏ ਸਰ? ਇੰਨੀ એનર્ਜੀ ਪਹਿਲਾਂ ਇਹ ਦੱਸੋ ਮੈਨੂੰ। ਟੇਢਾ ਜਿਹਾ ਕੁਐਸਚਨ ਹੈ। ਇਸ ਦੇ ਜਿਹੜਾ ਕ੍ਰੈਡਿਟ ਮੇਰੀ ਵਾਈਫ ਨੂੰ ਜਾਂਦਾ ਹੈ, ਅੱਛਾ ਜੀ। ਬਿਕੋਜ਼ ਕੋਈ ਫालतू ਚੀਜ਼ ਖਾਣ ਪੀਣ ਨਹੀਂ ਦਿੱਤੀ ਗਈ। ਸੋ ਕਦੇ ਵੀ ਸ਼ੈਤਾਨੀ ਕਰਨੀ ਸੀ 4 ਵਾਰੀ ਪੁੱਛਿਆ ਜਾਂਦਾ ਸੀ, ਬਿਕੋਜ਼ ਉਹ ਸ਼ੀ ਵਾਜ਼ ਵੈਰੀ ਕੌਨਸ਼ੀਅਸ। ਇੱਕ ਸਪੋਰਟਸਮੈਨ ਹੋਣ ਦੇ ਕਰਕੇ ਆਪ ਖੁਦ ਸੀਗੇ। ਹੁਣ ਤਾਂ ਥੋੜੀ ਟਮੀ ਵੱਧ ਗਈ ਹੈ, ਜਸਟ ਸਲਿਮ ਲਾਈਕ ਐਂਡ ਥਿੰਗ 10 ਫੁੱਟ ਤੋਂ ਛਾਲ ਮਾਰਦੇ ਤੇ ਕੋਈ ਪਤਾ ਨਹੀਂ ਸੀ ਲੱਗਦਾ ਹੁੰਦਾ। ਅੱਛਾ ਹੁਣ ਤਾਂ ਆਈ ਵਾਜ਼ ਹਾਈ ਦਵਿੰਦਰ ਜੰਪਰ। ਜੀ, ਬਸ ਕਰੋ ਸਰ, ਪਤਾ ਕਿਉਂ ਕਹਿ ਰਹੇ ਆ? ਥੋੜਾ ਜਿਹਾ ਮੇਰੀ ਟੰਮੀ ਬਾਹਰ ਹੈ ਨਾ, ਤੇ ਇਸ ਇਹਨਾਂ ਦੇ ਕੋਲ ਮਤਲਬ 5 ਫੁੱਟ ਤੋਂ ਵੀ ਮੈਨੂੰ ਲੱਗਦਾ ਨਹੀਂ ਛਾਲ ਵੱਜੂਗੀ। ਚਲੋ ਮੇਰੀ ਗੱਲ ਸੁਣੋ। ਸਭ ਨਾਲ ਹੁੰਦੀ ਹੈ ਕੱਲ ਜੀ ਵਕਤ ਹੁੰਦਾ ਸਭ ਚੀਜ਼ਾਂ ਕਰਨ ਦਾ, ਤੇ એનર્ਜੀ ਤਾਂ ਫਿਰ ਜਿਸਲੇ ਤੁਹਾਡੇ ਵਰਗੇ ਯੰਗਸਟਰਸ ਸਾਹਮਣੇ ਬੈਠੇ ਹੋਣ ਜੀ ਤਾਂ ਬੰਦਾ ਐਵੇਂ ਵਾਈਜ਼ ਨਹੀਂ। ਪਰ ਨਹੀਂ, ਜਿਹੜੀ ਸਰ ਆਪਾਂ ਕਲਿੱਪ ਦੇਖੀ ਤੁਹਾਡੀ, ਉਹਦੇ ਵਿੱਚ ਪਤਾ ਲੱਗਦਾ ਕਿ ਭੰਗੜਾ ਪੈ ਰਿਹਾ ਹੈ। ਪਰ ਅੱਜ ਦੀ ਗੱਲ ਕਰੀਏ, ਅੱਜ ਭੰਗੜੇ ਨੇ ਇੱਕ ਨਵਾਂ ਮੋੜ ਲੈ ਲਿਆ, ਉਹਨੂੰ ਵੈਸਟਰਨ ਦੇ ਨਾਲ ਥੋੜਾ ਕਰ ਦਿੱਤਾ ਗਿਆ ਹੈ। ਉਹ ਰਿਕੁਆਇਰਮੈਂਟ ਹੈ ਬੱਚਿਆਂ ਦੀ, ਬਿਕੋਜ਼ ਅਸੀਂ ਹਮੇਸ਼ਾ ਢੋਲ ਤੇ ਭੰਗੜਾ ਪਾਇਆ। ਮੈਂ ਕਦੀ ਰਿਕਾਰਡ ਦੇ ਕੋਈ ਮੈਨੂੰ ਕਹਿੰਦਾ ਵੀ ਰਿਕਾਰਡ ਤੇ ਕਰ ਲੈ, ਤੂੰ ਗੀਤ ਗਾ, ਮੈਨੂੰ ਨਹੀਂ ਆਉਂਦਾ ਤੇ ਨਾ ਮੈਂ ਕਰਨਾ ਚਾਹਾਂਗਾ। ਬਿਕੋਜ਼ ਇੱਕ ਆਪਣੇ ਆਪ ਨੂੰ ਤੁਸੀਂ ਨਾ ਸੈਕਿੰਡ ਲੇਨ ਤੇ ਲੈ ਕੇ ਖੜਾ ਕਰ ਲੈਂਦੇ ਹੋ ਜੀ ਕਿ ਸਿੰਗਰ ਗਾ ਰਿਹਾ ਜੀ, ਤੁਸੀਂ ਸੈਕਿੰਡ ਲੇਨ ਤੇ ਨੱਚ ਰਹੇ ਹੋ, ਉਹ ਸ਼ਾਇਦ ਬਰਦਾਸ਼ਤ ਨਹੀਂ ਹੋਏਗਾ। ਅਸੀਂ ਮੇਰੀ ਏਜ ਦੇ ਬੰਦੇ ਸਾਰਿਆਂ ਨੂੰ ਸਾਨੂੰ ਜੀ ਇਸ ਕਰਕੇ ਥੋੜ੍ਹੇ ਓਪੀਨੀਅਨ ਡਿਫਰੈਂਟ ਹੈਗਾ। ਇਹ ਕਿਹਾ ਜਾਂਦਾ ਜੀ ਵੀ ਕਿ ਇਹ ਕਿੱਦਾਂ ਹੋ ਗਿਆ, ਕਿੱਦਾਂ ਜਿਹਨਾਂ ਨੇ ਕੀਤਾ ਜਿੱਦਾਂ ਦੇ ਟਾਈਮ 'ਤੇ ਹੋਇਆ ਉਹ ਸਾਰਿਆਂ ਨੂੰ ਪਤਾ ਹੈ। ਪਰ ਹੁਣ ਸਾਡੀ ਇੱਕ ਕੋਸ਼ਿਸ਼ ਹੈਗੀ ਹੈ ਜੀ ਕਿ ਅਸੀਂ ਨਵੇਂ ਸਿਰੇ ਤੋਂ ਇਹਨੂੰ ਜਿਹੜਾ ਟ੍ਰੈਡੀਸ਼ਨਲ ਭੰਗੜਾ ਹੈਗਾ, ਰਵਾਇਤੀ ਨਾਚ, ਅਸੀਂ ਨਵੇਂ ਸਿਰੋਂ ਇੰਟਰੋਡਿਊਸ ਕਰਵਾਈਏ। ਮੈਂ ਹੁਣ ਇੰਟਰੋਡਿਊਸ ਇਸ ਕਰਕੇ ਕਰ ਰਿਹਾ ਕਿ ਬੱਚੇ ਜੋ ਕੁਝ ਕਰ ਰਹੇ ਨੇ ਜੀ ਉਹਨਾਂ ਨੂੰ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਗਲਤ ਕਰ ਰਹੇ ਹੋ, ਉਹਨਾਂ ਨੇ ਮਿਹਨਤ ਕੀਤੀ ਹੈ, ਕਰਦੇ ਰਹਿਣ। ਪਰ ਟ੍ਰੈਡੀਸ਼ਨਲ ਡਾਂਸ ਵੀ ਅਗਰ ਅਸੀਂ ਸਿਖਾ ਸਕੀਏ, ਬਿਕੋਜ਼ ਸਾਨੂੰ ਨਾ ਸਾਡਾ ਕਲਚਰ ਜਿਹੜਾ ਸੱਭਿਆਚਾਰ ਹੈ ਉਹ ਤਾਂ ਹੀ ਅਸੀਂ ਉਹਨੂੰ ਸੰਭਾਲ ਕੇ ਰੱਖ ਸਕਦੇ ਜੇ ਅਸੀਂ ਟ੍ਰੈਡੀਸ਼ਨਲ ਚੀਜ਼ਾਂ ਨਾਲ ਚੱਲੀਏ। ਹੁਣ ਸੁਣਨ 'ਚ ਆਇਆ ਕਿ ਰੈੱਡ ਇੰਡੀਅਨਸ ਜਿਹੜੇ ਅਮਰੀਕਾ 'ਚ ਹੈਗੇ ਨੇ, ਉਹ ਆਪਣਾ ਇੱਕ ਫੈਸਟੀਵਲ ਕਰਦੇ ਤਾਂ ਪੂਰੇ ਕੰਪਲੀਟ ਡਰੈਸ ਦੇ ਚਾਹੁੰਦੇ, ਖੰਭ ਸ਼ੰਭ ਲਾ ਕੇ ਤਾਂ ਘੋੜਿਆਂ 'ਤੇ ਚੜ੍ਹ ਕੇ ਤਾਂ ਜਿੱਦਾਂ ਕਰ ਵਟ ਐਵਰ ਇਜ਼ ਦੇਅਰ। ਸੋ ਅਗਰ ਉਹੋ ਜਿਹੀ ਕੰਟਰੀ ਜਿਹੜੀ ਸਭ ਤੋਂ ਐਡਵਾਂਸ ਕੰਟਰੀ ਹੈ ਮੁਲਕ ਦੁਨੀਆ ਦੀ, ਉਹਨਾਂ 'ਚ ਵੀ ਲੋਕਾਂ ਨੇ ਕੀਤਾ। ਤਕਰੀਬਨ ਸਾਰੀਆਂ ਥਾਵਾਂ 'ਤੇ ਮੇਰਾ ਖਿਆਲ ਹੈ ਕਿ ਆਪਣੇ ਟ੍ਰੈਡੀਸ਼ਨ ਨੂੰ ਬਚਾਉਣ ਦੀ ਬਹੁਤ ਧਿਆਨ ਕੀਤਾ ਜਾ ਰਿਹਾ। ਮੈਂ ਜਦੋਂ 1971 'ਚ ਇੰਟਰਨੈਸ਼ਨਲ ਫੈਸਟੀਵਲ 'ਤੇ ਗਿਆ ਸੀ, ਸਾਡਾ ਇੱਕ ਟ੍ਰਿਪ ਸੀਗਾ ਦਮਸਕਸ ਗਏ ਜੀ। ਉੱਥੇ ਜਿਸ ਹਵੇਲੀ, ਪੁਰਾਣੀ ਹਵੇਲੀ ਦੇ ਵਿੱਚ ਸਾਨੂੰ ਉਹਨਾਂ ਨੇ ਪਰਫਾਰਮ ਕਰਵਾਇਆ, ਕੋਈ ਸਟੇਜ ਦਾ ਤਾਂ ਨਹੀਂ ਸੀਗਾ, ਸਟੇਜ ਜਿਹੀ ਨਹੀਂ ਸੀ, ਪਰ ਉਹ ਇੱਕ ਫੁਆਰਾ 'ਚ ਬੱਚਾ ਸੀ ਜਿਸ ਫੁਆਰਾ ਚੱਲਦਾ ਸੀਗਾ, ਤਾਂ ਪਿਛਲੇ ਪਾਸੇ ਨਾ ਕ੍ਰੀਏਟ ਕੀਤੀ ਸੀ ਸਟੇਜ। ਐਂਡ ਉਸ ਹਵੇਲੀ ਦੇ ਅੰਦਰ ਉਹਨਾਂ ਨੇ ਘਰ ਬਣਾਇਆ ਸੀ, ਉਹਦੇ ਵਿੱਚ ਸੈੱਟ ਲੱਗੇ ਹੋਏ ਸੀਗੇ, ਬਕਾਇਦਾ ਤੌਰ 'ਤੇ ਸੈੱਟ ਸੀਗੇ, ਫਿਗਰਸ ਵੀ ਉੱਥੇ ਦੇਖੇ। ਤਾਂ ਉੱਥੇ ਮੈਂ ਦੇਖਿਆ ਸੀਗਾ ਵੀ ਸਾਰਾ ਕੁਛ ਹੁੰਦਾ। ਸੋ ਇਹ ਚੀਜ਼ ਜਿਹੜੀ ਭੰਗੜੇ ਦੇ ਨਾਲ ਨਾਲ ਮੇਰੀ ਜਿਹੜੀ ਸਟੱਡੀਜ਼ ਰਹੀਆਂ ਉੱਥੇ ਅਬਰੋਡ ਜਾ ਕੇ, ਉਹ ਵੀ ਨਾਲ ਹੀ ਸੀਗੀਆਂ। ਸੋ ਇਹ ਮਿਕਸ ਮੈਚ ਜਿਹਾ ਸੀਗਾ। ਹੁਣ ਮੈਂ ਇਹ ਨਹੀਂ ਕਹਿੰਦਾ ਮੈਂ ਫਲਾਣੇ ਟਾਈਮ ਤੋਂ ਫਲਾਣੀ ਚੀਜ਼ ਕੀਤਾ, ਇਹ ਚਲੇ ਜਾ ਰਿਹਾ। ਹੁਣ ਵੀ ਜਿਸ ਵੇਲੇ ਸਵੇਰੇ ਸੁੱਤੇ ਉੱਠੀਦਾ, ਅੱਜ ਜਿਹੜੀਆਂ ਕੋਈ ਗਲਤੀਆਂ ਹੋਈਆਂ ਹੁੰਦੀਆਂ ਨੇ ਜਾਂ ਕੋਈ ਡਿਸਕਸ਼ਨ ਹੋਈ ਹੁੰਦੀ ਹੈ, ਅਤੇ ਦੂਸਰੇ ਦਿਨ ਅਸੀਂ ਜਿਸ ਵੇਲੇ ਮਿਲਣਾ ਹੁੰਦਾ ਤਾਂ ਉਹ ਸਾਰੀਆਂ ਚੀਜ਼ਾਂ ਨਾ, ਇੱਕ ਟਾਈਮ ਐਸਾ ਹੁੰਦਾ ਜਿਸ ਅੰਮ੍ਰਿਤ ਵੇਲਾ, ਜਿਸ ਵੇਲੇ ਕਹਿੰਦੇ ਤੁਹਾਡੀ ਜਾਗ ਖੁੱਲ੍ਹ ਜਾਂਦੀ ਹੈ ਅਤੇ ਤੁਸੀਂ ਅੱਖਾਂ ਬੰਦ ਕਰਕੇ ਕੁਛ ਸੋਚਦੇ ਹੋ, ਕੁਝ ਡਰਾਇੰਗ ਕਰਦੇ ਹੋ। ਮੈਂ ਡਰਾਇੰਗ ਕਰਨ ਦੇ ਨਾਲ ਨਾਲ ਕਲਰ ਕੰਬੀਨੇਸ਼ਨ ਵੀ ਅੱਖਾਂ ਬੰਦ ਕਰਕੇ ਮੇਰੀ ਡਿਜ਼ਾਈਨ ਕੰਪਲੀਟ ਹੋ ਜਾਂਦਾ ਹੈ। ਅੱਛਾ। ਸੋ ਇਹ ਇਨਵੋਲਵਮੈਂਟ ਹੈ ਤੁਹਾਡੀ ਜੀ, ਜਿਹਨਾਂ ਤੁਸੀਂ ਜਸਟੀਫਾਈ ਤੁਸੀਂ ਕਰ ਰਹੇ। ਇਸ ਤਰ੍ਹਾਂ ਮੈਂ ਹੀ ਨਹੀਂ, ਇਹ ਮੇਰਾ ਖਿਆਲ ਹੈ ਕਿ ਸਾਰੇ ਬੰਦੇ ਕਰਦੇ ਹੋਣਗੇ ਜਿਹੜੇ ਪ੍ਰੋਫੈਸ਼ਨ 'ਚ। ਇੱਕ ਬੜੀ ਖੂਬਸੂਰਤ ਗੱਲ, ਸ਼ਿਵ ਕੁਮਾਰ ਬਟਾਲਵੀ ਹੋਣੀ ਮੇਰੇ ਮੈਂਟਰਸ ਦਾ ਭਾਗ ਸਿੰਘ ਦੇ ਬੜੇ ਅੱਛੇ ਦੋਸਤ ਸੀਗੇ ਜੀ। ਸ਼ਾਮ ਨੂੰ ਮੁਸ਼ਾਇਰੇ ਤੋਂ ਆਉਣਾ, ਅਤੇ ਹੁਣ ਤੁਹਾਨੂੰ ਪਤਾ ਕਿ ਜਿਹੜੇ ਉਹ ਬਾਹਰ ਦੇ ਸ਼ਹਿਰ ਹੈਗੇ ਸੀਗੇ, ਉਹ ਕਿਸ ਸਾਲਨ 'ਚ ਵਾਪਸ ਆਉਂਦੇ ਸੀ, ਅਤੇ ਸ਼ਿਵ ਜੀ ਆਪਣੇ ਘਰ ਨਹੀਂ ਸੀ ਜਾਂਦੇ ਜੀ। ਅਤੇ ਉਹ ਮਿਸਿਸ ਭਾਗ ਸਿੰਘ ਨੂੰ ਕਹਿਣਾ, ਭਾਬੀ ਮੈਨੂੰ ਚਾਦਰ ਸਰਾਣਾ ਦੇ ਦਿਓ, ਚਟਾਈ ਦੇ ਉੱਥੇ ਗਰਮੀਆਂ ਦੇ 'ਚ।
ਤਾਂ ਉਹ ਇੱਕ ਪੈਸੇ ਦੇ ਸੌ ਜਾਂਦੇ ਤਾਂ ਸਵੇਰੇ ਉਹ ਦੱਸਦੇ ਭਾਬੀ ਜੀ ਨੇ ਦੱਸਿਆ ਕਿ ਸਵੇਰੇ ਦੱਸਦੇ ਵੀ ਉਹ ਆਪਣੇ ਸਿਗਰਟਾਂ ਦੀ ਡੱਬੀਆਂ ਤੋਂ ਕਾਗਜ਼ ਖੋਲ ਕੇ ਨਾ ਉਹਦੇ ਕੁਝ ਲਿਖਦੇ ਹੁੰਦੇ ਨੇ। ਅੱਛਾ ਸ਼ਿਵ ਜੀ ਤੇ ਪੁੱਛਿਆ ਸ਼ਿਵ ਜੀ ਕੀ ਕਰਦੇ ਹੋ ਤੁਸੀਂ? ਕਹਿੰਦੇ ਭਾਬੀ ਜੀ ਕੁਝ ਸੁਝਿਆ ਸੀਗਾ। ਅੱਛਾ ਤੁਸੀਂ ਤਾਂ ਸੁਣਿਆ ਲੋਕ ਤਾਂ ਸੁਣਦੇ ਵੀ ਤੁਸੀਂ ਠੀਕ ਠਾਕ ਹੋ ਕੇ ਕਰਦੇ ਹੋ। ਕਹਿੰਦੇ ਭਾਬੀ ਜੀ ਉਸ ਵੇਲੇ ਬੰਦਾ ਠੀਕ ਠਾਕ ਹੁੰਦਾ, ਠੀਕ ਠਾਕ ਹੀ ਹੁੰਦਾ, ਪਰ ਜੋ ਸੋਚਿਆ ਜਾਂਦਾ ਨਾ ਉਹ ਅੰਮ੍ਰਿਤ ਵੇਲੇ ਸੋਚਿਆ ਜਾਂਦਾ। ਤਾਂ ਕਹਿੰਦੇ ਉਹ ਫਿਰ ਦੱਸਦੇ ਨੇ ਕਿ ਉਹਨਾਂ ਦੀਆਂ ਉਹ ਨਜ਼ਮਾਂ ਵਾਕਈ ਮਕਬੂਲ ਹੋਈਆਂ ਜੀ। ਸੋ ਇਹ ਚੀਜ਼ ਜੋ ਕੁਝ ਤੁਸੀਂ ਜਿੱਦਾਂ ਦੀ ਸੋਚਣੀ ਰੱਖੋਗੇ ਨਾ ਆਪਣਾ ਉੱਦਾਂ ਦੇਗਾ। ਹੁਣ ਮੈਂ 2-3 ਚੀਜ਼ਾਂ ਮਿਕਸ ਕਰਤੀਆਂ ਨੇ ਭੰਗੜੇ 'ਚ ਵੀ ਤਾਂ ਕਿਉਂਕਿ ਮੈਨੂੰ ਮਹਿਸੂਸ ਕੀਤਾ ਕਿ ਇਹ ਕਨਵੇ ਕਰਨਾ ਜ਼ਰੂਰੀ ਹੈ। ਨਹੀਂ ਬਿਲਕੁਲ। ਅਤੇ ਹੁਣ ਜਿਸ ਤਰ੍ਹਾਂ ਵੱਡੇ ਬ੍ਰਦਰ ਮੇਰੇ ਉਹਨਾਂ ਨੇ ਮੇਰੀ ਫੰਡਿੰਗ ਮੇਰੇ ਕਾਲਜ ਦੀ 5 ਸਾਲ ਉਹਨਾਂ ਨੇ ਕੀਤੀ ਵਿਦ ਕੰਡੀਸ਼ਨ ਫੇਲ ਨਹੀਂ ਹੋਏਗਾ, ਕੋਈ ਪੁੱਠਾ ਸਿੱਧਾ ਸ਼ੈਤਾਨੀ ਨਹੀਂ ਕਰੇਗਾ, ਕੋਈ ਲੁਚਪਣਾ ਕਰਕੇ ਪੁਲਿਸ ਕੇਸ ਨਹੀਂ ਬਣੇਗਾ। ਜਿਸ ਦਿਨ ਇਹਨਾਂ ਸਾਰਿਆਂ ਦੇ 'ਚ ਕੋਈ ਗੱਲ ਹੋਈ ਅਸੀਂ ਵਿਡਰਾ ਕਰ ਜਾਣਾ। ਐਂਡ ਮੈਂ ਫਖਰ ਮਹਿਸੂਸ ਕਰਦਾ ਕਿ 5 ਸਾਲ ਜਿਹੜੇ ਜਿੰਨਾ ਚਿਰ ਕਾਲਜ ਸੀਗਾ ਮੈਂ ਕਦੀ ਬੰਕ ਨਹੀਂ ਸੀ ਕੀਤਾ, ਕਿਉਂਕਿ ਜਾਣਾ ਵੀ ਕਿੱਥੇ ਹੁੰਦਾ ਸੀ। ਸਵੇਰੇ 9 ਤੋਂ 4 ਕਾਲਜ ਹੁੰਦਾ ਸੀ, ਜਾਂ ਫਿਰ ਭੰਗੜਾ ਹੁੰਦਾ ਸੀ, ਤਾਂ ਜਾਂ ਫਿਰ ਗੇਮਸ ਹੁੰਦੀਆਂ ਸੀਗੀਆਂ। ਮੈਂ 3 ਸਾਲ ਬੈਡਮਿੰਟਨ ਚੈਂਪੀਅਨ ਰਿਹਾ ਜੀ ਕਾਲਜ ਦਾ। ਬਿਲਕੁਲ ਸਪੋਰਟਸ ਦੇ ਬਾਰੇ ਵੀ ਅਸੀਂ ਗੱਲ ਕਰਾਂਗੇ, ਕਿਉਂਕਿ ਤੁਸੀਂ ਮਤਲਬ ਇੰਨੇ ਜ਼ਿਆਦਾ ਕੰਮ ਕੀਤੇ ਨੇ ਆਪਣੀ ਲਾਈਫ ਦੇ ਵਿੱਚ, ਤੇ ਸਾਨੂੰ ਵੀ ਚੰਗਾ ਲੱਗ ਰਿਹਾ ਇਸ ਬਾਰੇ ਗੱਲ ਕਰਕੇ। ਪਰ ਇੱਥੇ ਰੁਕਾਂਗੇ ਇੱਕ ਬ੍ਰੇਕ ਵਾਸਤੇ, ਬ੍ਰੇਕ ਤੋਂ ਬਾਅਦ ਫਿਰ ਤੋਂ ਮਿਲਦੇ ਹਾਂ ਪ੍ਰੋਗਰਾਮ ਦੇ ਵਿੱਚ ਗੱਲ ਪੰਜਾਬ ਦੀ। ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ ਪ੍ਰੋਗਰਾਮ ਗੱਲ ਪੰਜਾਬ ਦੀ ਵਿੱਚ, ਤੇ ਸਾਡੇ ਅੱਜ ਦੇ ਮਹਿਮਾਨ ਨੇ ਚੰਨੀ ਤਕੁਲੀਆ ਜੀ। ਪੂਜਾ ਜੀ, ਭੰਗੜੇ ਬਾਰੇ ਵੀ ਪਤਾ ਲੱਗ ਗਿਆ, ਕਲਾ ਬਾਰੇ ਵੀ ਪਤਾ ਲੱਗ ਗਿਆ, ਹਲਕਾ ਫੁਲਕਾ ਸਪੋਰਟਸ ਬਾਰੇ ਵੀ ਪਤਾ ਲੱਗ ਗਿਆ, ਪਰ ਇੱਕ ਚੀਜ਼ ਅਸੀਂ ਦੱਸਣੀ ਭੁੱਲ ਗਏ ਆ। ਕਿਹੜੀ? ਸਰ ਨੇ ਦੂਰਦਰਸ਼ਨ ਵੀ ਕੰਮ ਕੀਤਾ ਹੈ। ਹਾਂ, ਇਹ ਗੱਲ ਤਾਂ ਰਹਿ ਗਈ ਸੀਗੀ, ਪਰ ਇਹ ਆਪਾਂ ਰਹਿਣ ਨਹੀਂ ਦੇਣੀ। ਤੇ ਹੁਣ ਆਪਾਂ ਦੂਰਦਰਸ਼ਨ ਦੇ ਬਾਰੇ ਗੱਲ ਕਰਦੇ ਹਾਂ। ਸਰ, ਕਿ ਦੂਰਦਰਸ਼ਨ ਦੇ ਵਿੱਚ ਤੁਹਾਡਾ ਸਫ਼ਰ ਕਿਵੇਂ ਸ਼ੁਰੂ ਹੋਇਆ? ਅੱਜ ਚੰਨੀ ਜੋ ਹੈ ਨਾ, ਹਾਂਜੀ, ਉਹ ਦੂਰਦਰਸ਼ਨ ਦੀ ਬਹੁਤ ਮਿਹਰਬਾਨੀ ਹੈ। ਵਾਹ। ਕਿਉਂਕਿ ਲਿਬਰਟੀ ਸੀ ਕੰਮ ਕਰਨ ਦੀ, ਜਿਸ ਤਰ੍ਹਾਂ ਦਾ ਚਾਹਿਆ ਸੀਗਾ ਉਸ ਤਰ੍ਹਾਂ ਦਾ ਕੰਮ ਕਰ ਪਾਇਆ। ਮੈਂ ਗ੍ਰਾਫਿਕ ਆਰਟਿਸਟ ਰਿਹਾ ਉੱਥੇ, ਮੈਨੂਅਲ ਗ੍ਰਾਫਿਕਸ ਬਣਾਉਂਦੇ ਸੀ ਕਾਰਡ ਦੇ ਉੱਪਰ, ਫਿਰ ਉਹ ਕੈਮਰੇ ਦੇ ਅੱਗੇ ਰੱਖਦੇ ਸੀ ਕੈਪਸ਼ਨ ਸਟੈਂਡ ਦੇ ਉੱਪਰ, ਉਹ ਫਿਰ ਸਾਰਾ ਕੁਛ ਹੁੰਦਾ ਸੀ। ਜਦੋਂ ਜੁਆਇਨ ਕੀਤਾ ਨਾ ਉਹਨਾਂ ਦੇ ਵਿੱਚ ਨਾ ਦਿੱਲੀ ਜੁਆਇਨ ਕੀਤਾ ਸੀਗਾ, ਅਤੇ ਸਾਡੀ ਟਰਾਂਸਮਿਸ਼ਨ ਅੰਮ੍ਰਿਤਸਰ ਤੋਂ ਹੁੰਦੀ ਸੀਗੀ। ਫਿਰ 79 ਦੇ ਵਿੱਚ ਅਸੀਂ ਜਲੰਧਰ ਆਏ ਜੀ, ਅਤੇ ਉਹ ਸਫ਼ਰ ਇੱਥੋਂ ਸ਼ੁਰੂ ਹੋਇਆ। ਤਾਂ ਉਦੋਂ ਜਦੋਂ ਅਸੀਂ ਆਏ ਆ ਨਾ, ਅਤੇ ਜਦੋਂ ਕਿਤੇ ਨਾਲ ਇੰਟਰੋਡਕਸ਼ਨ ਹੁੰਦੀ ਸੀ ਨਾ, ਤਾਂ ਜੇ ਕਹਿੰਦੇ ਸੀ ਵੀ ਗ੍ਰਾਫਿਕ ਆਰਟਿਸਟ ਹੈ ਤਾਂ ਉਹਨੂੰ ਸਮਝ ਨਹੀਂ ਸੀ ਆਉਂਦੀ ਆਮ ਬੰਦੇ ਨੂੰ। ਤਾਂ ਕਹਿੰਦੇ ਸੀ ਯਾਰ ਉਹ ਜਿਹੜੇ ਰੁਕਾਵਟ ਕੇ ਲਈ ਖੇਦ ਹੈ ਨਾ ਉਹ ਲਿਖਦੇ ਹੈ ਜਾਂ ਚਿੱਤਰਹਾਰ ਦੇ ਕੈਪਸ਼ਨ ਲਿਖਦੇ ਨੇ, ਉਹਨੂੰ ਚਿੱਤਰਹਾਰ ਦੇ ਨਾਂ ਲਿਖਦੇ ਨੇ, ਆਮ ਲੋਕਾਂ ਨੂੰ ਨਹੀਂ ਸੀ ਪਤਾ। ਸੋ ਬੇਸਿਕਲੀ ਅਸੀਂ ਗ੍ਰਾਫਿਕਸ ਦੇ ਜਿੰਨੇ ਵਿਜ਼ੂਅਲਸ ਹੁੰਦੇ ਸੀ, ਅਗਰ ਮੇਰਾ ਪਿੰਡ ਮੇਰੇ ਖੇਤ ਵਿੱਚ ਕਿਸੇ ਨਕਸ਼ੇ ਮੈਪ ਦੀ ਜ਼ਰੂਰਤ ਹੈਗੀ ਹੈ, ਪਲਾਂਟਸ ਦੀ ਜ਼ਰੂਰਤ ਹੈ, ਅਗਰ ਫੋਟੋਗ੍ਰਾਫ ਨਹੀਂ ਹੈਗਾ ਤਾਂ ਅਸੀਂ ਡਰॉ ਕਰਦੇ ਹੁੰਦੇ ਸੀ। ਸੋ ਇਹ ਬੇਸਿਕਲੀ ਸਾਡਾ ਕੰਮ ਹੈਗਾ ਸੀਗਾ। ਮਗਰ ਕਿਉਂਕਿ ਇੱਕ ਉਛਾਲ ਖਾਣ ਵਾਲੇ ਕਰੈਕਟਰ ਰਿਹਾ ਮੇਰਾ, ਸੋ ਮੈਂ ਹਰ ਚੀਜ਼ ਵਿੱਚ ਆਈਡੈਂਟੀਫਾਈ ਲੈਂਦਾ ਸੀ। ਮੈਂ ਆਈਡੈਂਟੀਫਾਈ ਕਰਨਾ ਬਦੋ ਬਦੀ ਇੰਟਰਫੇਅਰ ਕਰਦਾ ਹੁੰਦਾ ਸੀਗਾ। ਮੈਂ ਇੱਕ ਪਰਫਾਰਮਰ ਹੋਣ ਦੇ ਕਰਕੇ ਥੋੜ੍ਹਾ ਜਿਹਾ ਜ਼ਿਆਦਾ ਇਮੇਜ ਸੀਗਾ। ਜਿਹੜੇ ਮੈਂ ਗ੍ਰਾਫਿਕਸ ਵੀ ਬਣਾਉਂਦਾ ਸੀ ਨਾ, ਮੈਂ ਉਹਨੂੰ ਕਦੀ ਸਿਰਫ ਕਾਰਡ ਗ੍ਰਾਫਿਕ ਨਹੀਂ ਸੀ ਰੱਖਿਆ, ਮੈਂ ਉਹਨੂੰ ਪੂਰੀ ਕੈਨਵਸ ਸਮਝ ਕੇ ਪੇਂਟ ਕਰਦਾ ਸੀਗਾ। ਵੱਖਰੇ ਵੱਖਰੇ ਕਿਸਮ ਦੀ ਟਾਈਪੋਗ੍ਰਾਫੀ ਇਸਤੇਮਾਲ ਕਰਨੀ, ਛੋਟੀਆਂ ਇਲਸਟ੍ਰੇਸ਼ਨ ਕਰਨੀਆਂ, ਗਿਮਿਕਸ ਕਰਨੇ ਉਸਦੇ ਨਾਲ। ਮੈਨੂੰ ਯਾਦ ਹੈ ਫਿਲਮ ਇੰਸਟੀਚਿਊਟ ਪੂਨਾ ਦੇ ਵਿੱਚ ਇਨ ਸਰਵਿਸ ਟ੍ਰੇਨਿੰਗ ਗਏ ਸੀ ਉੱਥੇ, ਉਹਦੇ 'ਚ ਧਾਨਬਾਦ ਕੋਲ ਮਾਈਨਸ ਦੇ ਵਿੱਚ ਨਾ ਡਿਜ਼ਾਸਟਰ ਹੋਇਆ ਸੀਗਾ। ਉਹ 3 ਸਟੈਪ ਸੀਗੇ, ਉਹਦੇ 'ਚ ਪਾਣੀ ਭਰ ਗਿਆ ਸੀ, ਤਾਂ ਬਹੁਤ ਸਾਰੇ ਬੱਚੇ ਵਰਕਰਸ ਉੱਥੇ ਇਨਵੋਲਵ ਹੋ ਗਏ ਸੀ। ਅਤੇ ਦੂਰਦਰਸ਼ਨ ਬੰਬੇ ਦੇ ਇੱਕ ਲੇਡੀ ਆਫ ਪ੍ਰੋਡਿਊਸਰ ਸੀਗੇ, ਉਹ ਕਹਿੰਦੇ ਚਲ ਜੀ ਕੁਛ ਡਿਫਰੈਂਟ ਸਾ ਬਣਾਇਆ ਜਾਏ। ਫਿਰ ਉਹ ਕੀਤਾ ਵੀ ਕੋਲ ਮਾਈਨ ਬਣਾਇਆ ਕਿ 3 ਸਟੈਪ ਹੈ, ਕਾਗਜ਼ ਖਿੱਚਦੇ ਸੀਗੇ ਤਾਂ ਉਹ ਲੱਗਦਾ ਪਾਣੀ ਗਿਰ ਰਿਹਾ, ਇੱਕ ਪਾਣੀ ਗਿਰਿਆ ਹੋ ਗਿਆ ਤਾਂ ਫਿਰ ਦੂਜਾ ਖਿੱਚਿਆ ਤਾਂ ਦੂਸਰਾ ਪਾਣੀ, ਤੀਸਰਾ ਕੀਤਾ ਗਿਆ। ਸੋ ਇਸ ਤਰ੍ਹਾਂ ਦੇ ਨਾਲ ਨਾ ਇੱਦਾਂ ਦੀ ਪ੍ਰੈਕਟੀਕਲ ਜਿਹੜਾ ਸੀਗਾ ਐਕਸਪੈਰੀਮੈਂਟਸ ਕਰਨੇ ਜੀ। ਮੈਂ ਹੁਣ ਐਕਸਪੈਰੀਮੈਂਟ ਕਰਾਂ ਕਿਉਂਕਿ ਸਾਡੇ ਜਦੋਂ ਸੀਨੀਅਰ ਵੀ ਕਰਦੇ ਸੀ, ਪਰ ਅਸੀਂ ਸ਼ਾਇਦ ਕੁਛ ਜ਼ਿਆਦਾ ਕਰਨ ਦੀ ਕੋਸ਼ਿਸ਼ ਕੀਤੀ। ਕਿਤੇ ਉਹ ਬਹੁਤ ਐਪਰੀਸ਼ੀਏਟ ਕੀਤਾ ਗਿਆ ਸੀਗਾ ਜੀ।
ਤੇ ਮੈਂ ਬੰਬੇ ਗਿਆ ਤਾਂ ਉਹਨਾਂ ਨੇ ਫਿਰ ਉਸ ਲੇਡੀ ਨੇ ਜਦੋਂ ਮੈਨੂੰ ਕਿਤੇ ਇੰਟਰੋਡਿਊਸ ਕਰੀ ਸੀ, ਉਹ ਧਨਬਾਦ ਵਾਲਾ ਗ੍ਰਾਫਿਕ था ਨਾ, ਉਹ ਚੰਨੀ ਜੀ ਇਹ ਹੈ, ਉਹ ਚੰਨੀ ਜੀ ਕਹਿੰਦੇ ਸੀ ਨਾ। ਇੱਕ ਵਾਰੀ ਕਿਤੇ ਜਹਾਜ਼ ਗਿਰਿਆ, ਫਲਾਈ ਕੀਤਾ ਤੇ ਡਿੱਗਿਆ। ਹੁਣ ਉਹ ਕਿੱਦਾਂ ਦਿਖਾਇਆ ਜਾਏ, ਤਾਂ ਸਾਡੇ ਕੋਲ ਐਨੀਮੇਸ਼ਨ ਦਾ ਤਾਂ ਪ੍ਰੋਵੀਜ਼ਨ ਨਹੀਂ ਹੈਗਾ ਸੀਗਾ। ਸੋ ਜਹਾਜ਼ ਬਣਾਇਆ ਗਿਆ, ਕੱਟਿਆ ਗਿਆ ਉਸਨੂੰ, ਗ੍ਰਾਫਿਕਸ ਪਹਾੜ ਬਣਾਏ ਗਏ, ਜਹਾਜ਼ ਦੇ ਪਿੱਛੇ ਬਲੇਡ ਲਗਾਇਆ ਗਿਆ, ਤੇ ਉਹ ਅੱਗੇ ਜਹਾਜ਼ ਰੱਖਿਆ, ਪਿੱਛੇ ਚੁੰਬਕ ਰੱਖੀ ਮਕਨਾਤੀਸ, ਉਹ ਪਿੱਛੇ ਡਰਾਇੰਗ ਕੀਤੀ ਵੀ ਇੱਥੋਂ ਲੈ ਕੇ ਇੱਥੇ ਤੱਕ ਜਾਣਾ। ਫਿਰ ਉਹ ਜਿਹੜਾ ਮਕਨਾਤੀਸ ਗਈ ਆ ਉੱਥੇ, ਜਹਾਜ਼ ਗਿਰ ਗਿਆ ਵਿੱਚ, ਤਾਂ ਉਹ ਇੱਕ ਕੰਪਲੀਟ ਐਨੀਮੇਸ਼ਨ ਸੀਗੀ। ਵਾਹ। ਸਪੋਰਟਸ ਦਾ ਪ੍ਰੋਗਰਾਮ ਸੀਗਾ, ਸਾਡੇ ਦੋਸਤ ਕਹਿੰਦੇ ਯਾਰ ਕੁਝ ਡਿਫਰੈਂਟ ਕਿਸਮ ਕਰੋ, ਫੁੱਟਬਾਲ ਦਾ ਸੀਗਾ। ਸਿੱਧੇ ਸਿੱਧੇ ਗ੍ਰਾਫਿਕਸ ਤਾਂ ਹਮੇਸ਼ਾ ਬਣਾਏ ਦੇ ਸੀ। ਤਾਂ ਮੈਂ ਕੀਤਾ ਵੀ ਉਹਦੇ ਜਿਹੜੇ ਪੈਨਲਸ ਹੁੰਦੇ ਨਾ, 5 ਐਂਗਲ ਦਾ ਪੈਨਲ, ਉਸਦੇ ਉੱਤੇ ਨਾਂ ਲਿਖੇ ਹੁੰਦੇ ਨੇ, ਤੁਸੀਂ ਫੁੱਟਬਾਲ ਤਾਂ ਜਿਹੜੇ ਦੇਖਿਆ ਗਏ ਨੇ ਸਾਰੇ। ਅਤੇ ਉਹ ਮੈਂ ਛੋਟਾ ਜਿਹਾ ਫਰੇਮ ਲਿਆਂਦਾ ਵੀ ਜਿੱਦਾਂ ਅਸੀਂ ਨਾ ਸਕਰੀਨ ਪ੍ਰਿੰਟ ਕਰ ਰਹੇ ਹਾਂ ਉਹਦੇ 'ਤੇ ਨਾਂ। ਜੀ। ਫਿਰ ਉਹ ਥੋੜ੍ਹੀ ਟੈਕਨੀਕ ਲਾ ਕੇ ਫਿਲਮ ਦੇ ਉੱਤੇ ਸ਼ੂਟ ਕੀਤਾ ਗਿਆ, ਇੱਕ ਇੱਕ ਕਰਕੇ ਫਰੇਮ ਰੱਖਿਆ, ਸਕਵੀਜ਼ ਕੀਤਾ, ਉਸ ਤੋਂ ਪਹਿਲੇ ਬਣਿਆ ਹੁੰਦਾ ਸੀ। ਸੋ ਉਹ ਵੀ ਜਿਹੜਾ ਬਹੁਤ ਮਾਕੂਲ ਹੋਇਆ। ਜਿਸ ਦਿਨ ਪ੍ਰੋਗਰਾਮ ਐਕਸਚੇਂਜ ਦੇ ਮੁਤਾਬਿਕ ਦਿੱਲੀ ਗਿਆ ਮੈਂ, ਇੱਕ ਦਿਨ ਗਿਆ, ਤਾਂ ਇੱਕ ਸ਼ਾਮ ਪਹਿਲੇ ਮੇਰਾ ਉਹ ਪ੍ਰੋਗਰਾਮ ਸਾਡਾ ਸਪੋਰਟਸ ਵਾਲਾ ਚੱਲਿਆ ਸੀਗਾ। ਅਤੇ ਉਹ ਗ੍ਰਾਫਿਕਸ ਪਾ ਕੇ ਦੇਖਿਆ ਤਾਂ ਉੱਥੇ ਰੌਲਾ ਪੈ ਗਿਆ, ਅਤੇ ਕਹਿੰਦੇ ਯਾਰ ਇਹ ਕੌਣ ਹੈ ਬੰਦਾ। तो बाई चांस मैं चला गया तो किसी ने कहा मेरे वो चने तो आया हुआ है, कहते बुलाओ उसको। हाँ भाई तुम तैयारी कर लो, तुम्हारी ट्रांसफ़र दिल्ली हो रही है। मैं तो इतना भी कम करके किया गया था। शायद फिर एशियन गेम्स ਦੇ ਵਿੱਚ ਨੌਨ ਅਲਾਈਨਡ ਸਮਿਟ, ਅੱਛਾ, ਚੋਗਮ, ਉਹ ਜਿੰਨੀਆਂ ਵੀ ਨੈਸ਼ਨਲ ਇੰਟਰਨੈਸ਼ਨਲ ਸਾਡੇ ਕਾਨਫਰੰਸਿਸ ਹੋਈਆਂ ਨੇ ਐਸਸੀ ਦੇ ਗੇਟ ਦੇ ਵਿੱਚ, ਤਾਂ ਉਹਨਾਂ ਦੇ ਸਨ ਮੈਂ ਸਪੈਸ਼ਲ ਸਾਡੀ ਜਿਹੜੀ ਸੈਂਟਰਲ ਟੀਮ ਹੁੰਦੀ ਸੀ ਉਸ ਦੇ ਵਿੱਚ ਜਾਂਦਾ ਹੁੰਦਾ ਸੀਗਾ, ਮੈਨੂੰ ਬੁਲਾਇਆ ਜਾਂਦਾ ਸੀ। शायद ना जे किसी नहीं सी वाकफ था, वो जलंधर वाला दाढ़ी वाला जो है ना उसको बुलाओ। तो कम वखर वखर करने की कोशिश की थी। एंड गल जड़ी भी गल करती फिर मन तो कर देते सी, कोशिश ये होती सी भी किया जाए। जी, मतलब ਤੁਹਾਡੇ ਕੰਮ ਨੂੰ ਹਮੇਸ਼ਾ ਪਹਿਚਾਣਿਆ ਗਿਆ ਤੇ ਸਰਾਹਿਆ ਗਿਆ। ਦੋਸਤਾਂ ਨੇ ਸ਼ਾਬਾਸ਼ ਦਿੱਤੀ। ਜੀ ਜੀ। ਤੇ ਇੱਕ ਨਾ ਸਰਬ ਦੇ ਵਿੱਚ ਤੁਸੀਂ ਕੀਤਾ ਹੋਇਆ ਡਿਜ਼ਾਈਨ ਕੀਤੀ ਹੈ ਇੱਕ ਵਾਲ, ਤੇ ਉਹਦੇ ਵਿੱਚ ਵੀ ਇੱਕ ਭੰਗੜੇ ਵਾਲੀ ਫੋਟੋ ਲੱਗੀ ਹੋਈ ਹੈ। ਇੱਕ ਨਹੀਂ 7 ਕੀਤੀ ਹੈ ਜੀ, 7 ਵਾਲਸ ਹੈਗੀਆਂ ਨੇ। ਹੁਣ ਪਤੰਗ ਵੀ ਨੇ ਉੱਥੇ, ਭੰਗੜੇ ਵਾਲੀਆਂ ਫੋਟੋ ਵੀ ਨੇ, ਫੁਲਕਾਰੀ ਦੀ ਤਰ੍ਹਾਂ ਵੀ ਉੱਥੇ ਡਿਜ਼ਾਈਨਿੰਗ ਕੀਤੀ ਗਈ ਹੈ। ਫੁਲਕਾਰੀ ਦਾ ਵੀ ਹੈ ਪੂਰੀ, ਉਹ 21 ਫੁੱਟ ਹਾਈਟ ਤੇ ਫੁਲਕਾਰੀ ਪੇਂਟ ਕੀਤੀ, 21 ਫੁੱਟ 11 ਫੁੱਟ ਦੀ ਹਾਈਟ ਕੀਤੀ ਹੈ। ਉਹ ਭੰਗੜੇ ਦੀ ਪੇਂਟਿੰਗ ਜਿਹੜੀ ਹੋਈ ਹੈ ਉਹ ਬੇਸਿਕਲੀ ਮੇਰੀ ਫੋਟੋਗ੍ਰਾਫ ਹੈਗੀ ਹੈ, ਬਲੈਕ ਐਂਡ ਵਾਈਟ, 71 ਸੀਗੀ। ਉਹ ਫਿਰ ਪੇਂਟਰ ਤੋਂ ਮੈਂ ਕਰਵਾਈ। ਅਤੇ ਬਾਕੀ ਫਿਰ ਕੁਛ ਐਬਸਟਰੈਕਟ ਵੀ ਹੈਗੀਆਂ ਨੇ ਜੀ। ਅਤੇ ਇੱਕ ਜਗ੍ਹਾ 21 ਫੁੱਟ ਬਾਈ 6.5 ਫੁੱਟ ਜਗ੍ਹਾ ਸੀਗੀ, ਬਹੁਤ ਛੋਟੀ ਜਗ੍ਹਾ ਸੀ। ਉਸ ਵਿੱਚ ਮੈਂ ਭੰਬੀਰੀਆਂ ਬਣਾਈਆਂ, ਛੋਟੇ ਜਿਹੇ ਕਾਗਜ਼ ਦੀਆਂ ਭੰਬੀਰੀਆਂ ਸੀ ਨਾ, ਉਹ ਭੰਬੀਰੀਆਂ ਬਣਾਈਆਂ ਟਿਨ ਦੀਆਂ। ਅੱਛਾ। ਉਹ ਟਿਨ ਦੀਆਂ ਭੰਬੀਰੀਆਂ ਬਣਾ ਕੇ ਫਿਰ ਉਹਨੂੰ ਪੇਂਟ ਕੀਤਾ ਗਿਆ ਡਿਫਰੈਂਟ ਕਿਸਮ ਦੇ ਨਾਲ। ਇੱਕ ਥਾਂ 'ਤੇ ਮੈਂ ਮਿਊਜ਼ੀਕਲ ਇੰਸਟਰੂਮੈਂਟਸ ਬਣਾਏ ਨੇ, ਉਹ ਸਰੀਏ ਦੇ ਬਣਾਏ ਨੇ। ਅੱਛਾ। ਸਿਰੇ 'ਤੇ ਬਣਾ ਕੇ ਪੇਂਟ ਕਰਕੇ ਉਹਨੂੰ ਐਕ੍ਰੈਲਿਕ 'ਤੇ ਫਿਕਸ ਕੀਤਾ, ਫਿਰ ਉਹ ਦੀਵਾਰ 'ਤੇ ਲਗਾਇਆ, ਉਹਦੇ ਪਿੱਛੇ ਮਿਊਜ਼ੀਕਲ ਨੋਟਸ ਪੇਂਟ ਕੀਤੇ ਹੈ। ਸੋ ਇੱਦਾਂ ਦੀਆਂ ਚੀਜ਼ਾਂ ਐਕਸਪੈਰੀਮੈਂਟ ਕਰਨ 'ਚ ਜ਼ਿੰਦਗੀ 'ਚ ਹਮੇਸ਼ਾ ਕੀਤੇ ਹੈ। ਚਾਂਸ ਮਿਲਦਾ ਗਿਆ ਕਰਨ ਦੇ ਨਾਲ ਹੀ ਕੁਝ ਵੱਖਰਾ ਨਿਕਲ ਕੇ ਆਉਂਦਾ ਹੈ। ਹੁਣ ਜਿਸ ਤਰ੍ਹਾਂ ਜਿਹੜੇ ਜਗ੍ਹਾ ਦੀ ਮੇਰੀ ਗੱਲ ਕਰ ਰਹੇ ਹੋ, ਜਿਹੜੇ ਹਵੇਲੀ ਟਾਈਪ ਦੀ ਚੀਜ਼ ਹੈਗੀ ਹੈ, ਇਹ ਵੀ ਇਸੇ ਕਰਕੇ ਸੀਗਾ ਕਿ ਇੱਕ ਇੱਛਾ ਸੀਗੀ ਆਉਣ ਦੀ, ਕੁਝ ਕਰਨ ਦੀ। ਤਾਂ ਉਹ ਪੇਂਡੂ ਜੀਵਨ 'ਚ ਗੱਲ ਸ਼ੁਰੂ ਪਈ, ਮੈਂ ਇਕੱਲਾ ਹੀ ਰਿਹਾ, ਬਾਕੀ ਸਾਰੇ ਅੰਗਰੇਜ਼ ਹਨ ਤੇ ਮੈਂ ਪੇਂਡੂ ਬੰਦਾ। ਬਿਲਕੁਲ ਸਰ। ਦੇਖੋ ਸਰ ਨੇ ਜਿੱਦਾਂ ਹਵੇਲੀ ਦੇ ਵਿੱਚ ਵੀ ਆਪਣੀ ਪੂਰੀ ਕਲਾ ਦਾ ਜੌਹਰ ਦਿਖਾਇਆ ਆ। ਇਹ ਜਿਹੜਾ ਪੰਜਾਬੀ ਵਿਰਸਾ ਇਹ ਸਾਡੇ ਖੁੱਸਦਾ ਜਾ ਰਿਹਾ ਹੈ, ਪਰ ਅੱਜ ਦੇ ਸਮੇਂ ਵਿੱਚ ਹਵੇਲੀ ਵਿੱਚ ਜਾ ਕੇ ਉੱਥੇ ਲੋਕ ਫੋਟੋ ਖਿਚਾ ਰਹੇ ਨੇ, ਤੇ ਅਸੀਂ ਬੜਾ ਮਾਣ ਮਹਿਸੂਸ ਕਰਦੇ ਕਿ 2 ਰੈਸਟੋਰੈਂਟ ਆਸਟ੍ਰੇਲੀਆ ਸਿਡਨੀ 'ਚ ਵੀ ਹੈਗੇ ਨੇ, ਮਹਾਰਾਜਾ ਹਵੇਲੀ ਦੇ ਨਾਮ ਦੇ ਉੱਤੇ ਹੈਗੇ ਨੇ। ਇਹ ਇੱਕ ਤਾਂ ਹੈ ਕੁਆਕਰਸ ਹਿੱਲ ਦੇ, ਤਾਂ ਦੂਸਰਾ ਡਿਊਰਲ, DURAL ਪ੍ਰੋਨਾਉਂਸ ਪਤਾ ਨਹੀਂ, ਉਹ ਸਲੈਂਗ ਲੈਂਗੁਏਜ ਕੀ ਕਰਦੇ ਆ ਉੱਥੇ। ਗੋਰੇ ਜਿਹੜਾ ਸੀ ਉੱਥੇ ਯੂਰਪੀਅਨਸ ਨੂੰ, ਤਾਂ ਉਹ ਤਾਂ ਨਹੀਂ ਯੂਰਪੀਅਨਸ ਹੈਗੇ, ਉਹਨਾਂ ਨੂੰ ਗੋਰੇ ਕਹਿੰਦੇ ਆ ਉੱਥੇ। ਗੋਰੇ ਜ਼ਿਆਦਾ ਖਾਣਾ ਆਉਂਦੇ ਨੇ ਉੱਥੇ, ਐਂਡ ਉਹ ਦੇਖਦੇ ਨੇ। ਜਿੱਥੇ ਤੱਕ ਫੋਟੋ ਖਿਚਾਉਣ ਦੀ ਗੱਲ ਹੈਗੀ ਹੈ, ਉਹ ਉਹਨਾਂ ਜੱਫੀਆਂ ਪਾ ਕੇ ਨਹੀਂ ਖਿੱਚਦੇ, ਮਗਰ ਉਹ ਨਾਲ ਖੜੋ ਕੇ ਹੈ ਫੋਟੋ ਜ਼ਰੂਰ ਖਿਚਾਉਂਦੇ ਨੇ। ਪਰ ਫਿਰ ਵੀ ਇੱਕ ਪੰਜਾਬੀ ਵਿਰਸਾ ਜਿਹੜਾ ਆਪਾਂ ਭੁੱਲਦੇ ਜਾ ਰਹੇ ਹਾਂ। ਤੁਸੀਂ ਹਵੇਲੀ ਦੇ ਵਿੱਚ ਉਹ ਕਲਾਕਾਰੀ ਕੀਤੀ ਹੈ ਤੇ ਲੋਕ ਉੱਥੇ ਆ ਕੇ ਦੇਖਦੇ ਨੇ, ਤੇ ਅੱਜ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਆ, ਸਾਨੂੰ ਵੀ ਅੱਜ ਹੀ ਪਤਾ ਲੱਗਾ ਸਰ, ਸਹੀ ਗੱਲ ਦੱਸਾਂ ਤਾਂ। ਮੈਂ ਨਾ ਆਮ ਤੌਰ 'ਤੇ ਕਹਿੰਦਾ ਹੁੰਦਾ, ਹੁਣ ਸਾਡੇ ਕੀ ਹੁੰਦਾ, ਗੀਤ ਗਾਣੇ ਗਵਾਤੇ ਸਿੰਗਰਸ ਦੇ ਕੋਲੋਂ ਪੰਜਾਬੀ ਸੱਭਿਆਚਾਰ ਦੀ ਸੇਵਾ ਹੋ ਰਹੀ ਹੈ ਜੀ। ਸ਼ਾਇਰੀ ਕਰ ਲਈ, ਪੰਜਾਬੀ ਸੱਭਿਆਚਾਰ ਦੀ ਸੇਵਾ ਹੋ ਰਹੀ ਹੈ।
ਪਰ ਸੱਭਿਆਚਾਰ ਕਿੱਥੇ ਹੈ ਉੱਥੇ? ਜਿਹੜੇ ਤੁਸੀਂ ਗੀਤ ਗਾਉਂਦੇ ਹੋ ਕਿਹੜੇ ਗਾਉਂਦੇ ਹੋ? ਕਵਿਤਾਵਾਂ ਤੁਸੀਂ ਲੰਬੀ ਪਿੰਗਲ ਤੋਂ ਅਗਰ ਜੇ ਨਦੀਆਂ ਪਾਰ ਝੋਟਾ ਚੁੱਕਦਾ ਮੈਂ ਸਮਝਾ ਮੁਰਗਾ ਵੀ ਪੂਛ ਚੁੱਕੇ ਦੇਖਿਆ ਤਾਂ 8ਵੇਂ ਦਿਨ ਸੰਗਰਾਂਦ, ਇਹੋ ਜਿਹੀ ਅਗਰ ਸ਼ਾਇਰੀ ਹੈਗੀ ਹੈ, ਇਹ ਪੰਜਾਬ ਦਾ ਕਨਸੈਪਟ ਨਹੀਂ ਹੈ। ਉਹ ਸਾਨੂੰ ਪਿੰਗਲ ਦੇ ਹਿਸਾਬ ਸੇ ਬੰਦਿਸ਼ ਦੇ ਮੁਤਾਬਿਕ ਗੀਤ ਗਾਣੇ ਚਾਹੀਦੇ, ਜਿਹੜੇ ਸਾਡੇ ਜਿੰਨਾ ਫੋਕ ਵਿਰਸਾ ਜਿਹੜਾ ਹੈਗਾ ਫੋਕਲੋਰ ਹੈ ਉਹ ਸਾਰਾ ਪਿੰਗਲ ਦੇ ਹਿਸਾਬ ਸੇ ਗਾਇਆ ਗਿਆ ਹੈ। ਐਂਡ ਜਿਹੜੀਆਂ ਬੋਲੀਆਂ ਪੇਂਡੂ ਬੋਲੀਆਂ ਜਿਹੜੀਆਂ ਕੀਤੀਆਂ ਗਈਆਂ ਹੁਣ ਇਹ ਕਿਸੇ ਵੀ ਅੰਗਰੇਜ਼ੀ ਲੈਂਗੁਏਜ ਤੋਂ ਕਮਜ਼ੋਰ ਨਹੀਂ ਹੈਗੀਆਂ। ਅੰਗਰੇਜ਼ੀ 'ਚ ਕਹਿੰਦੇ ਜੀ ਵੀ ਵੈਨ ਮਾਈ ਲਵਰ ਐਮਬ੍ਰੇਸਡ ਮੀ ਆਈ ਰੀਚ ਟੂ ਦ 7th ਸਕਾਈ, ਤਾਂ ਬੜੀ ਮਾਕੂਲ ਹੋਈ। ਤਾਂ ਪਿੰਡ ਦੀ ਪੇਂਡੂ ਕੁੜੀ ਨੇ ਕਹਿਤਾ ਜਦ ਯਾਰ ਨੇ ਕਲਾਵੇ ਲਾਇਆ ਤਾਂ ਰੱਬ ਦਾ ਦੀਦਾਰ ਹੋ ਗਿਆ। ਇਹ ਜਿਹੜੀ ਚੀਜ਼ ਹੈ ਇਹ ਅਸੀਂ ਸਾਡੇ ਸਮਝਣ ਦੀ ਗੱਲ ਹੈ। ਇਹ ਜਿਹੜੇ ਵਿਜ਼ੂਅਲ ਅਸੀਂ ਛੋਟੇ ਹੁੰਦੇ ਬੱਚਿਆਂ ਨੂੰ ਗੇਮਸ ਦਿੰਦੇ ਹਾਂ, ਉਹ ਮਹਿਸੂਸ ਕਰਦੇ ਆ ਗੇਮ ਨੂੰ ਜੀ, ਖਿਡੌਣੇ ਹੁਣ ਤਾਂ ਨਹੀਂ, ਪਹਿਲੇ ਅਸੀਂ ਬਹੁਤ ਸਾਡੇ ਖਿਡੌਣੇ ਜਿਹੜੇ ਸੀਗੇ ਅਸੀਂ ਖੇਡਦੇ ਹੁੰਦੇ ਸੀਗੇ, ਗੁੱਡੀਆਂ ਪਟੋਲੇ ਇੱਕ ਕਲਚਰ ਹੈ। ਇਹ ਚੀਜ਼ਾਂ ਅਸੀਂ ਇੰਟਰੋਡਿਊਸ ਨਹੀਂ ਕਰਦੇ। ਹੁਣ ਨਾ ਪਿੱਛੇ ਜੇ ਹੋਏ ਵੀ ਇੱਕ ਗਰੁੱਪ ਬਣਿਆ ਲੁਧਿਆਣੇ ਤੋਂ ਕਿ ਕਲਚਰ ਨੂੰ ਕਿੱਦਾਂ ਕੀਤਾ ਜਾਏ। ਮੈਂ ਕਿਹਾ ਯਾਰ ਮੈਂ ਉਹਦੇ 'ਚ ਲਿਖਦਾ ਕਮੈਂਟ, ਮੈਂ ਜੀ ਵੀ ਜੋ ਮਰਜ਼ੀ ਤੁਸੀਂ ਲਿਖੋ ਜਿੱਦਾਂ ਮਰਜ਼ੀ ਕਰ ਲਓ, ਪਰ ਜਦ ਤੱਕ ਤੁਸੀਂ ਵਿਜ਼ੂਅਲਾਈਜ਼ ਪਾਪੂਲਰ ਨਹੀਂ ਕਰਦੇ, ਵਿਜ਼ੂਅਲਸ ਨਹੀਂ ਪਾਪੂਲਰ ਕਰਦੇ, ਸੱਭਿਆਚਾਰ ਦੀ ਸੇਵਾ ਨਹੀਂ ਹੋ ਸਕਦੀ। ਮੈਂ ਮਹਿਸੂਸ ਕਰਦਾ। ਮੈਂ ਗੱਡਾ ਰੱਖਿਆ ਜੀ ਦਿੱਲੀ ਆਟੋ ਐਕਸਪੋ ਦੇ 'ਚ 20 ਫੁੱਟ ਦਾ ਪਲੇਟਫਾਰਮ ਹੈ। ਪਿੰਡੋਂ ਗੱਡਾ ਚੱਕ ਕੇ ਲੈ ਗਏ, ਪਲੇਟਫਾਰਮ ਬਣਾਇਆ ਬਕਾਇਦਾ, ਪਿੱਛੇ ਸਾਈਕਲ ਰਮਾ ਜਿਹਦੇ ਉੱਤੇ ਲਿਖਿਆ ਫਰਮ ਵਿਲਖੁਸ ਵਿਲੇਜ ਵਰਕਸ਼ਾਪ 1936। ਬੰਦੇ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਸੀ, ਲੁੱਕ ਦਿਸ ਇਜ਼ ਦ ਬੁੱਲਕ ਕਾਰਟ ਆਈ ਟੂ ਟਾਕ ਅਬਾਊਟ ਇਟ, ਇਸ ਪੇ ਆਇਆ ਕਰਤੇ हैं पढ़ने के लिए। सो ਹੁਣ ਇਹ ਜਿਹੜੀ ਚੀਜ਼ ਹੈ ਬੱਚਿਆਂ ਨੂੰ ਗੱਡੇ ਦਾ ਤਦ ਹੀ ਪਤਾ ਲੱਗੇਗਾ ਜਿਸਲੇ ਦਿਖਾਇਆ ਜਾਵੇ। ਮੈਂ 6 ਗੱਡੇ ਫੁੱਲ ਲੈਂਥ ਗੱਡੇ ਬਣਾਏ ਜੀ, ਪਿੰਡੋਂ ਬਣਾਏ ਨੇ ਆਪਣੇ ਜੀ। ਜਦ ਦਿੱਲੀ ਇੱਥੇ ਰੱਖਿਆ ਦੋਨੇ ਥਾਂ ਦੇ ਉੱਤੇ ਕਰਨਾਲ ਜੀ ਆਸਟ੍ਰੇਲੀਆ 2। ਸੋ ਇਟ ਇਜ਼ ਲਾਈਕ ਦਿਸ। ਸਰ ਸਾਡੇ ਕੋਲ ਹੁਣ ਸਮਾਂ ਬਹੁਤ ਘੱਟ ਰਹਿ ਗਿਆ, ਪਰ ਜਾਂਦੇ ਜਾਂਦੇ ਕੋਈ ਦਰਸ਼ਕਾਂ ਨੂੰ ਸੰਦੇਸ਼ ਦੇਣਾ ਚਾਹੋਗੇ? ਨਾਲੇ ਵੀ ਜਿਹੜਾ ਕੰਮ ਕਰਨਾ ਦਿਲ ਨਾਲ ਕਰੋ, ਕੋਈ ਵੀ ਕੰਮ ਹੈ ਕਾਮਯਾਬੀ ਸੱਚੇ ਪਾਤਸ਼ਾਹ ਮਿਹਰ ਕਰੇਗੀ ਤੁਹਾਡੀ। ਬਜ਼ੁਰਗਾਂ ਦਾ ਆਸ਼ੀਰਵਾਦ ਨਾਲ ਹੋਣਾ ਚਾਹੀਦਾ ਹੈ, ਬਹੁਤ ਜ਼ਰੂਰੀ ਹੈ। ਜੇ ਬਜ਼ੁਰਗਾਂ ਦਾ ਆਸ਼ੀਰਵਾਦ ਹੈ ਤਾਂ ਠੀਕ ਹੈ। ਆਪਣੇ ਪ੍ਰੋਫੈਸ਼ਨ ਸਿੰਸੀਅਰ ਲਓ ਜੀ। ਹੁਣ ਮੈਂ ਅੱਜ ਵੀ ਜੇ ਦੂਰਦਰਸ਼ਨ ਜਾਣਾ ਗੇਟ ਦੇ ਅੰਦਰ ਜਾਣ ਤੋਂ ਪਹਿਲੇ ਮੈਂ ਮੱਥਾ ਟੇਕਦਾ, क्योंकि दूरदर्शन बहुत कुछ देता है जी। जो कुछ आज चन्नी तक लिया है इट इज बिकॉज ऑफ दूरदर्शन जी एंड मेरे परिवारिक बैकग्राउंड ਦੀ ਕਿਰਪਾ ਹੈ। ਬਹੁਤ ਸੋਹਣੀ ਗੱਲ ਹੈ। ਤੇ ਸਰ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਇੱਥੇ ਆਏ ਹੋ ਔਰ ਆਪਣੀ ਲਾਈਫ ਦੇ ਬਾਰੇ ਸਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਨੇ। ਬਹੁਤ ਬਹੁਤ ਸ਼ੁਕਰੀਆ। ਸੋ ਇਸ ਦੇ ਨਾਲ ਹੀ ਇਹ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਅਗਲੇ ਅਗਲੇ ਐਪੀਸੋਡ ਦੇ ਵਿੱਚ ਇੱਕ ਨਵੇਂ ਚਿਹਰੇ ਦੇ ਨਾਲ ਫਿਰ ਤੋਂ ਮੁਲਾਕਾਤ ਹੋਵੇਗੀ। ਉਦੋਂ ਤੱਕ ਦੇ ਲਈ ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ।